ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਇਆ ਵਿੱਚ ਸਹਿਜ ਨ ਉਪਜੈ, ਮਾਇਆ ਦੂਜੈ ਭਾਏ। ਮਨ ਮੁਖ ਕਰਮ ਕਮਾਵਣੇ, ਹਉਮੈ ਜਲੈ ਜਲਾਏ। ਜੰਮਣ ਮਰਨ ਨਾ ਚੁਕਈ, ਫਿਰ ਆਵੈ ਜਾਏ। ਤ੍ਰੈ ਗੁਣਾ ਵਿੱਚ ਸਹਿਜ ਨਾ ਪਾਈਐ, ਤ੍ਰੈ ਗੁਣ ਭਰਮ ਭੁਲਾਏ। ਪੜੀਐ ਗੁਣੀਐ ਕਿਆ ਕਥੀਐ, ਜਾਂ ਮੁੱਢੋਂ ਕੁੱਥਾ ਜਾਏ। ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ। ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਜੀ ਹੋਏ। ਗੁਣਵੰਤੀ ਸਲਾਹਿਆ, ਸੱਚੇ ਸੱਚੀ ਸੋਏ। ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਬਿਨ ਸਹਿਜੈ ਸਭ ਅੰਧ ਹੈ, ਮਾਇਆ ਮੋਹ ਗੁਬਾਰ। ਸਹਿਜੇ ਹੀ ਸੋਜੀ ਪਈ, ਸੱਚਾ ਸ਼ਬਦ ਅਪਾਰ। ਆਪੇ ਬਖਸ਼ ਮਿਲਾਇਨ, ਪੂਰੇ ਗੁਰ ਕਰਤਾਰ। ਸਹਿਜੇ ਆਦਿਸ਼ਟ ਪਛਾਣੀਐ, ਨਿਰਭਉ ਜੋਤ ਨਿਰੰਕਾਰ। ਸਭਨਾ ਜੀਆਂ ਕਾ ਇਕ ਦਾਤਾ, ਜੋਤੀ ਜੋਤ ਮਿਲਾਵਣ ਹਾਰ। ਪੂਰਾ ਸ਼ਬਦ ਸਲਾਹੀਐ, ਜਿਸ ਦਾ ਅੰਤ ਨ ਪਾਰਾਵਾਰ। ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰੇ ਵਾਪਾਰ। ਅਨ ਦਿਨ ਲਾਹਾ ਹਰ ਨਾਮ ਲੈਣ, ਅਖੁੱਟ ਭਰੇ ਭੰਡਾਰ। ਨਾਨਕ ਟੋਟ ਨ ਆਵਈ, ਦੀਏ ਦੇਵਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ। ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੀ ਬਦੌਲਤ ਆਪ ਗੁਰੂ ਕੀਆਂ ਪਿਆਰੀਆਂ ਸੰਗਤਾਂ ਦੀ ਅਸੀਸਾਂ ਦੇ ਨਾਲ ਜੋ ਰੋਜ਼ਾਨਾ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਤੇ ਗਲੋਬਲ ਗੁਰਬਾਣੀ ਵਿਚਾਰ ਵਟਸਐਪ ਗਰੁੱਪ ਦੇ ਰਾਹੀਂ ਜੋ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਬੈਠੀਆਂ ਗੁਰੂ ਕੀਆਂ ਸੰਗਤਾਂ ਰੋਜ਼ਾਨਾ ਗੁਰੂ ਸ਼ਬਦ ਦਾ ਲਾਹਾ ਲੈਂਦੀਆਂ ਨੇ, ਯਕੀਨਨ ਹੀ ਆਪਾਂ ਸਾਰੇ ਰਲ ਮਿਲ ਕੇ ਵੱਡਿਆਂ ਭਾਗਾਂ ਵਾਲੇ ਹਾਂ ਕਿ ਸਤਿਗੁਰ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਣ ਦਾ ਯਤਨ ਕਰ ਰਹੇ ਹਾਂ। ਕਿਉਂਕਿ ਸਤਿਗੁਰ ਦੀ ਮੱਤ ਤੇ ਚੱਲਿਆ ਹੀ ਜੀਵਨ ਸੁਹੇਲਾ ਹੁੰਦਾ ਹੈ। ਸਤਿਗੁਰ ਦੀ ਮੱਤ ਹੀ ਸਾਡੇ ਜੀਵਨ ਦੇ ਵਿੱਚ ਪ੍ਰਗਾਸ ਕਰਦੀ ਹੈ ਗਿਆਨ ਦਾ, ਤੇ ਸਾਡੇ ਜੀਵਨ ਨੂੰ ਸਫਲਾ ਤੇ ਸੁਹਾਵਣਾ ਬਣਾਉਂਦੀ ਹੈ। ਕਿਉਂਕਿ ਮਨ ਦੀ ਮੱਤ ਹਮੇਸ਼ਾ ਦੁਖੀ ਕਰਦੀ ਹੈ, ਪਰੇਸ਼ਾਨੀਆਂ ਲਿਆਉਂਦੀ ਹੈ, ਡਿਪਰੈਸ਼ਨ ਵਿੱਚ ਲੈ ਕੇ ਜਾਂਦੀ ਹੈ, ਸਾਡੇ ਫੈਸਲੇ ਗਲਤ ਹੁੰਦੇ ਨੇ। ਇਸੇ ਕਰਕੇ ਸਿੱਖ ਬਹੁਤ ਭਾਗਾਂ ਵਾਲਾ ਹੈ ਕਿ ਸਿੱਖ ਦੇ ਕੋਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗੇ ਗੁਰੂ ਮੌਜੂਦ ਨੇ,
ਜਦੋਂ ਵੀ ਮੈਨੂੰ ਲੋੜ ਪੈਂਦੀ ਹੈ, ਜਦੋਂ ਵੀ ਮੇਰਾ ਚਿੱਤ ਕਰਦਾ ਹੈ, ਜਦੋਂ ਵੀ ਮੈਂ ਕਿਸੇ ਉਲਝਣ 'ਚ ਹੁੰਦਾ ਹਾਂ, ਆਪਣੇ ਸਤਿਗੁਰ ਦੇ ਕੋਲ ਜਾ ਕੇ ਬਹਿਨਾ ਹਾਂ, ਸਤਿਗੁਰ ਦੇ ਨਾਲ ਵਿਚਾਰ ਕਰਦਾ ਹਾਂ, ਗੁਰਬਾਣੀ ਨੂੰ ਸਮਝਦਾ ਹਾਂ, ਗੁਰਬਾਣੀ ਦੀ ਵਿਚਾਰ ਕਰਦਾ ਹਾਂ, ਤੇ ਮੈਨੂੰ ਮੇਰੇ ਸਤਿਗੁਰੂ ਜੀ ਚੰਗੀ ਮੱਤ ਦੇ ਕੇ ਮੈਨੂੰ ਸਿੱਧੇ ਰਸਤੇ 'ਤੇ ਤੋਰ ਦਿੰਦੇ ਹਨ। ਇਸ ਤੋਂ ਵੱਡੀ ਗੱਲ ਹੋਰ ਕੀ ਹੋਵੇਗੀ। ਸੋ ਇਹੀ ਯਤਨ ਦੇ ਅਧੀਨ ਇਹ ਸੇਵਾਵਾਂ ਲੈ ਕੇ ਹਾਜ਼ਰ ਹੋਣ ਦਾ ਯਤਨ ਹੈ। ਪਰ ਬੜਾ ਕਈ ਵਾਰੀ ਚਿੱਤ ਦੁਖਦਾ ਹੈ ਕਿ ਮੈਂ ਕਈ ਵਾਰੀ ਦੇਖਦਾ ਕਿ ਵੀ ਜਿੰਨੇ ਉਦਮ ਦੇ ਨਾਲ ਇਹ ਸੇਵਾ ਨਿਭਾ ਰਹੇ ਹਾਂ, ਸੰਗਤਾਂ ਮੈਂ ਕਈ ਵਾਰੀ ਦੇਖਦਾ ਇੱਕ ਸ਼ੇਅਰ ਤੱਕ ਨਹੀਂ ਕਰਦੀਆਂ। ਹੋਰ ਪਤਾ ਨਹੀਂ ਕਿਤਨੀਆਂ ਅਸੱਭਿਅਕ ਗਾਣਿਆਂ ਦੀਆਂ ਪਤਾ ਨਹੀਂ ਕਿੰਨੀਆਂ ਵੀਡੀਓ ਅਸੀਂ ਲਗਾਤਾਰ 1 ਸੈਕਿੰਡ 'ਚ ਸ਼ੇਅਰ ਕਰ ਦਿੰਦੇ ਹਾਂ। ਪਰ ਜਿੱਥੇ ਗੁਰੂ ਦੀ ਗੱਲ ਸੁਣਾਈ ਜਾਵੇ, ਗੁਰੂ ਦੀ ਗੱਲ ਕਹੀ ਜਾਵੇ, ਕੋਈ ਸ਼ੇਅਰ ਨਹੀਂ ਕਰਦਾ। ਜਾਂ ਇੰਝ ਲੱਗਦਾ ਹੈ ਕਿ ਵੀ ਗੁਰੂ ਦੀ ਗੱਲ ਸਾਨੂੰ ਭਾਉਂਦੀ ਕੋਈ ਨਹੀਂ। ਇਹ ਜੋ ਉਦਮ, ਜੋ ਉਪਰਾਲਾ ਕੀਤਾ ਜਾ ਰਿਹਾ ਹੈ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਜਾਂ ਵਟਸਐਪ ਦੇ ਰਾਹੀਂ, ਉਹ ਸਿਰਫ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਗੁਰਬਾਣੀ ਤੋਂ ਜਾਣੂ ਹੋਈਏ। ਇਹਦੇ ਵਿੱਚ ਇਸੇ ਕਰਕੇ ਨਿਰੋਲ ਤੇ ਨਿਰੋਲ ਗੁਰਮਤਿ ਦੀ ਗੱਲ, ਸਤਿਗੁਰ ਦੀ ਬਾਣੀ ਦੀ ਗੱਲ ਹੀ ਕੀਤੀ ਜਾਂਦੀ ਹੈ। ਸੋ ਜਿਵੇਂ ਕੱਲ੍ਹ ਦੇ ਸ਼ਬਦਾਂ ਦੇ ਵਿੱਚ ਸ਼੍ਰੀ ਰਾਗ ਦਾ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ, ਪਾਵਨ ਸ਼ਬਦ ਜੀ ਦੀ ਵਿਚਾਰ ਕੱਲ੍ਹ ਦੀ ਸ਼ੁਰੂਆਤ ਕੀਤੀ ਸੀ। ਉਹਦੇ ਪਹਿਲੇ 5 ਬੰਦ 4 ਬੰਦ ਜਿਹੜੇ ਨੇ ਆਪਾਂ ਵਿਚਾਰੇ ਸਨ, ਜਿਸ ਦੇ ਵਿੱਚ ਸਤਿਗੁਰੂ ਜੀ ਨੇ ਸਹਿਜ ਨੂੰ ਪ੍ਰਭਾਸ਼ਿਤ ਕੀਤਾ ਸੀ ਕਿ ਸਹਿਜ ਕੀ ਹੈ। ਤੇ ਅਸੀਂ ਸਮਝਿਆ ਸੀ, ਜਾਣਿਆ ਸੀ ਸਤਿਗੁਰ ਦੇ ਬਚਨਾਂ ਦੇ ਰਾਹੀਂ ਕਿ ਸਹਿਜ ਇੱਕ ਜੀਵਨ ਦੀ ਉਹ ਅਵਸਥਾ ਹੈ ਜਿੱਥੇ ਆਤਮਾ ਦਾ ਡੋਲਣਾ ਬੰਦ ਹੋ ਜਾਂਦਾ ਹੈ, ਜਿੱਥੇ ਮਨ ਦੀ ਚੰਚਲਤਾ ਹੀ ਮੁੱਕ ਜਾਂਦੀ ਹੈ, ਜਿੱਥੇ ਸਿਰਫ ਤੇ ਸਿਰਫ ਜੀਵਨ ਦੇ ਵਿੱਚ ਗੁਰੂ ਨਜ਼ਰ ਆਉਂਦਾ ਹੈ, ਗੁਰੂ ਦਾ ਹੁਕਮ ਦਿਸਦਾ ਹੈ। ਫਿਰ ਉਹਦੇ ਵਾਸਤੇ ਭਾਵੇਂ ਕਿੰਨੇ ਵੀ ਦੁੱਖ ਸਹਿਣੇ ਪੈਣ, ਤਸੀਹੇ ਸਹਿਣੇ ਪੈਣ, ਪਰ ਸਿੱਖ ਆਪਣੇ ਬਚਨਾਂ ਤੋਂ ਮੁੱਕਰਦਾ ਨਹੀਂ, ਕਿਉਂਕਿ ਉਹ ਆਪਣੇ ਗੁਰੂ ਦੇ ਬਚਨਾਂ ਦਾ ਬਲੀ ਹੈ। ਫਿਰ ਸਿੱਖ ਭਾਵੇਂ ਚਰਖੜੀਆਂ ਤੇ ਚੜ੍ਹ ਜਾਵੇ, ਬੰਦ-ਬੰਦ ਗਲਿਆਂ ਦੇ ਵਿੱਚ ਭਾਵੇਂ ਬੰਦ-ਬੰਦ ਕੱਟ ਦਿੱਤੇ ਜਾਣ, ਉਹਨਾਂ ਦੇ ਬੱਚਿਆਂ ਦੇ ਟੁਕੜੇ ਕਰਕੇ ਗਲਾਂ 'ਚ ਹਾਰ ਪਾ ਦਿੱਤੇ ਜਾਣ, ਸਿੱਖ ਦੀ ਪਿੱਠ ਨਹੀਂ ਦਿੰਦਾ। ਇਹਨੂੰ ਕਹਿੰਦੇ ਆਤਮਿਕ ਆਨੰਦ, ਆਤਮਿਕ ਸਹਿਜ, ਆਤਮਾ ਦਾ ਟਿਕ ਜਾਣਾ। ਕਿਉਂਕਿ ਜਦ ਤੱਕ ਜੀਵਨ ਵਿੱਚ ਅਚੰਚਲਤਾ ਹੀ ਹੈ, ਚੰਚਲਤਾ ਹੀ ਉਸ ਜੀਵਨ ਵਿੱਚ ਹੈ ਜਿੱਥੇ ਮਨ ਭਟਕ ਰਿਹਾ ਹੈ, ਜਿੱਥੇ ਮਨ ਇੱਕ ਜਗ੍ਹਾ ਸਥਿਰ ਨਹੀਂ ਹੈ, ਜਿੱਥੇ ਆਤਮਾ ਅਡੋਲ ਨਹੀਂ ਹੈ, ਜਿੱਥੇ ਨਿਤ ਮਨੁੱਖ ਬਚਨ ਕਰਦਾ ਹੈ ਬਾਅਦ ਵਿੱਚ ਮੁੱਕਰ ਜਾਂਦਾ ਹੈ। ਸਭ ਕਹਿੰਦੇ ਐਸੇ ਮਨੁੱਖ ਦਾ ਕਿਰਦਾਰ ਸ਼ੱਕੀ ਹੈ, ਕਿਉਂਕਿ ਉਹਦਾ ਜੀਵਨ ਸੱਚ ਤੇ ਨਹੀਂ ਹੈ ਖਲੋਤਾ। ਗੁਰਮੁਖ ਦੀ ਅਵਸਥਾ ਸਹਿਜ ਦੀ ਹੈ। ਇਸੇ ਕਰਕੇ ਜਦੋਂ ਖਾਲਸੇ ਨਾਲ ਸ਼ਬਦ ਜੁੜਿਆ ਹੈ, ਸਹਿਜੇ ਰਚਿਓ ਖਾਲਸਾ, ਸਹਿਜ ਦੇ ਨਾਲ, ਉਸ ਅਵਸਥਾ ਦੇ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਦੀ ਰਚਨਾ ਕੀਤੀ ਹੈ। 240 ਸਾਲ ਲਾਏ ਨੇ ਇਸ ਖਾਲਸੇ ਨੂੰ ਖਾਲਸ ਬਣਾਉਣ ਵਾਸਤੇ। ਤਮਾਮ ਉਹ ਰੁਕਾਵਟਾਂ, ਉਹ ਕੁਰੀਤੀਆਂ, ਉਹ ਅਨਮਤਾਂ, ਉਹ ਮਨਮਤਾਂ ਸਿੱਖ ਦੇ ਜੀਵਨ ਵਿੱਚੋਂ ਕੱਢੀਆਂ। ਤੇ ਜਿੱਦਣ ਨਿਰੋਲ ਤੇ ਸਪਸ਼ਟ ਤੇ ਨਿਰਮਲ ਸਿੱਖ ਨਜ਼ਰ ਆਇਆ ਨਾ, ਉਸ ਨੂੰ ਫਿਰ ਆਨੰਦਪੁਰ ਦੀ ਠੇਰੀ ਦੇ ਉੱਪਰ 1699 ਦੀ ਵਿਸਾਖੀ ਨੂੰ ਖਾਲਸੇ ਦਾ ਨਾਮ ਦਿੱਤਾ ਵੀ ਇਹ ਸ਼ੁੱਧ ਹੈ, ਇਹਦੇ ਵਿੱਚ ਕੋਈ ਕਿਸੇ ਤਰੀਕੇ ਦੀ ਮਿਲਾਵਟ ਨਹੀਂ। ਹੁਣ ਇਹ ਕਿਸੇ ਤਰੀਕੇ ਦੀ ਕੁਰੀਤੀਆਂ ਨਹੀਂ, ਕਿਉਂਕਿ ਅਡੋਲ ਹੈ। ਹੁਣ ਇਹ ਡੋਲ ਨਹੀਂ ਸਕਦਾ, ਭਾਵੇਂ ਕੋਈ ਕਿੰਨੇ ਵੀ ਕਿਸੇ ਤਰੀਕੇ ਨਾਲ ਇਹਨੂੰ, ਭਾਵੇਂ ਕਿੰਨੀਆਂ ਵੀ ਹਨੇਰੀਆਂ ਝੁੱਲਣ, ਭਾਵੇਂ ਤੂਫਾਨ ਆਉਣ, ਮਜ਼ਾਲੀਆ ਕਿਤੇ ਸਿੱਖ ਨੂੰ ਕੋਈ ਡਲਾ ਦੇਵੇਗਾ। ਪ੍ਰੈਕਟੀਕਲ ਪ੍ਰੈਕਟਿਸ ਕਰਕੇ ਗੁਰੂ ਜੀ ਨੇ ਵਿਖਾਈ। ਪਰ ਉਹ ਸਹਿਜ ਜੀਵਨ ਵਿੱਚ ਕਦੋਂ ਆਉਂਦਾ ਹੈ? ਜਦੋਂ ਮਨੁੱਖ ਮਾਇਆ ਤੋਂ ਉੱਪਰ ਉੱਠਦਾ ਹੈ, ਉਪਰਾਮ ਉੱਠਦਾ ਹੈ, ਜਦੋਂ ਲੋਭ ਲਾਲਚ ਆਦਿਕ ਵਿਕਾਰਾਂ ਤੋਂ ਉੱਪਰ ਉੱਠ ਜਾਂਦਾ ਹੈ, ਜਦੋਂ ਜੀਵਨ ਦੇ ਵਿੱਚ ਇੱਕ ਮੰਜ਼ਿਲ ਨਜ਼ਰ ਆਉਂਦੀ ਹੈ ਕਿ ਮੈਂ ਰੱਬ ਵਰਗਾ ਬਣਨਾ ਹੈ, ਮੈਂ ਸੱਚ ਦੇ ਨਾਲ ਖੜਨਾ ਹੈ, ਸੱਚ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਹੈ, ਸੱਚੋ ਔਰੇ ਸਭ ਕੋ ਉੱਪਰ ਸੱਚ ਆਚਾਰ, ਤੇ ਮੈਂ ਸੱਚ ਦਾ ਕਿਰਦਾਰ ਬਣਾਉਣਾ ਹੈ, ਆਪਣਾ ਕਰੈਕਟਰ ਡਿਵੈਲਪ ਕਰਨਾ ਹੈ, ਸੱਚ ਨੂੰ ਆਪਣੇ ਕਰੈਕਟਰਾਈਜ਼ ਕਰਨਾ ਹੈ, ਤਾਂ ਕਿ ਮੇਰੇ ਜੀਵਨ ਦੇ ਵਿੱਚੋਂ ਸੱਚ ਨਜ਼ਰ ਆਵੇ। ਤੋਂ ਕੱਲ ਆਪਾਂ
ਜਿਹੜੇ ਪਹਿਲੇ 4 ਬੰਦ ਸਨ ਇਸ ਸ਼ਬਦ ਦੇ, ਸ਼ਬਦ ਨੰਬਰ 23 ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 68 ਦੇ ਉੱਪਰ ਸ਼ੋਭਾਇਮਾਨ ਹੈ। ਸੋ ਅਗਲੇ ਬੰਦਾਂ ਦੀ ਵਿਚਾਰ ਆਪ ਦੇ ਸਨਮੁਖ ਰੱਖਣ ਲੱਗੇ ਹਾਂ। WhatsApp ਦੇ ਉੱਪਰ ਇਹ ਸੇਵਾਵਾਂ ਚੱਲ ਰਹੀਆਂ, ਜਿਨ੍ਹਾਂ ਨੇ ਮੈਂਬਰ ਬਣਨਾ ਹੋਵੇ ਆਪਣਾ ਨੰਬਰ ਕਮੈਂਟ ਬਾਕਸ ਵਿੱਚ ਦੇ ਸਕਦੇ ਨੇ। ਹੱਥ ਜੋੜ ਕੇ ਬੇਨਤੀ ਹੈ ਤਮਾਮ ਸਰੋਤਿਆਂ ਨੂੰ, ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਭੈਣਾਂ ਭਰਾਵਾਂ ਦੇ ਵਿੱਚ, ਤਾਂ ਕਿ ਆਪਾਂ ਗੁਰਮਤ ਦਾ ਇਹ ਜਿਹੜਾ ਪਿਆਰ ਆ, ਗੁਰਮਤ ਦਾ ਜਿਹੜਾ ਇਹ ਸਫ਼ਰ ਆ, ਇਹ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਘਰ ਘਰ ਤੱਕ ਪਹੁੰਚਾ ਸਕੀਏ, ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜ ਸਕੀਏ। ਤੋ ਅਗਲਾ ਬੰਦ ਅੱਜ ਦਾ 5ਵਾਂ ਨੰਬਰ ਬੰਦ। ਸਾਹਿਬ ਕਹਿੰਦੇ ਪਹਿਲੀ ਗੱਲ ਜਿਹੜੀ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਕੀਤੀ ਸੀ, ਜਿਹੜੇ ਸਹਿਜ ਵਿੱਚ ਰਹਿੰਦੇ ਨੇ ਉਹਨਾਂ ਦਾ ਜੀਵਨ ਕਿਸ ਤਰੀਕੇ ਨਾਲ ਬਦਲਦਾ ਹੈ, ਕਿਵੇਂ ਉਹ ਅਡੋਲ ਹੋ ਜਾਂਦੇ ਨੇ, ਕਿਵੇਂ ਦੁਨੀਆ ਦੇ ਕੋਈ ਵੀ ਵਿਕਾਰ, ਕਿਸੇ ਤਰੀਕੇ ਦਾ ਕੋਈ ਲਾਲਚ ਉਹਨਾਂ ਨੂੰ ਡਲਾਉ ਨਹੀਂ ਸਕਦਾ। ਹੁਣ ਅੱਜ ਜਿਹੜੀ ਗੱਲ ਪਾਤਸ਼ਾਹ ਜੀ ਕਰ ਰਹੇ ਨੇ, ਉਹਨਾਂ ਦੀ ਗੱਲ ਕਰ ਰਹੇ ਨੇ ਜਿਹੜੇ ਮਾਇਆ ਦੇ ਵਿੱਚ ਲਿਪਤ ਨੇ। ਮਾਇਆ ਕੀ ਹੈ? ਸਤਿਗੁਰੂ ਦਾ ਬਚਨ ਆਪਾਂ ਪਿਛਲੇ ਦਿਨਾਂ ਦੇ ਵਿੱਚ ਵਿਚਾਰਿਆ ਸੀ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਸਤਿਗੁਰੂ ਨੇ ਪ੍ਰਭਾਸ਼ਿਤ ਕੀਤਾ ਸੀ, ਡੈਫੀਨੇਸ਼ਨ ਦਿੱਤੀ ਸੀ ਕਿ ਮਾਇਆ ਹੈ ਕੀ ਤੇ ਮਾਇਆ ਦੇ ਚਿੰਨ੍ਹ ਕੀ ਨੇ, ਕਿਵੇਂ ਇਹ ਸਮਝੀਏ, ਸਿੰਪਟਮਸ ਕੀ ਨੇ ਕਿ ਮਨੁੱਖ ਮਾਇਆ ਦੇ ਵਿੱਚ ਲੀਨ ਹੈ। ਸੋ ਸਾਹਿਬ ਜੀ ਨੇ ਜਵਾਬ ਦਿੱਤਾ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਉ ਬੰਦ ਹੈ। ਜਿੱਥੇ ਮਨੁੱਖ ਦੀ ਜੀਵ ਆਤਮਾ ਦੁੱਖਾਂ ਸੁੱਖਾਂ ਦੇ ਬੰਧਨ ਵਿੱਚ ਵੱਜ ਜਾਵੇ, ਦੁੱਖ ਸੁੱਖ ਇਹ ਜੀਉ ਬੰਦ ਹੈ, ਹਉਮੈ ਕਰਮ ਕਮਾਏ, ਤੇ ਮਨੁੱਖ ਦੀ ਸਾਰੀ ਯਾਤਰਾ ਮੈਂ ਤੇ ਖੜ ਜਾਵੇ, ਹਉਮੈ ਤੇ ਖੜ ਜਾਵੇ, ਸਾਰੀ ਜ਼ਿੰਦਗੀ ਮੈਂ ਮੇਰੀ ਦੇ ਵਿੱਚ ਨਗਾਵੇ, ਮੈਂ ਕਰਨ ਲੱਗ ਪਵੇ, ਸਮਝ ਲੈਣਾ ਮਾਇਆ ਦੇ ਬੰਧਨ ਵਿੱਚ ਵੱਜ ਗਏ, ਦੁੱਖਾਂ ਸੁੱਖਾਂ ਦੇ ਬੰਧਨ ਵਿੱਚ ਵੱਜ ਗਏ। ਤੋ ਸਾਹਿਬ ਕਹਿੰਦੇ ਮਾਇਆ ਵਿੱਚ ਸਹਿਜ ਨਾ ਉਪਜੈ, ਮਾਇਆ ਦੂਜੈ ਪਾਏ। ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਜਿਹੜਾ ਜੀਵ ਟਿਕਿਆ ਹੋਇਆ ਹੈ, ਜਿਹੜਾ ਮਾਇਆ ਦੇ ਲਾਲਚ ਵਿੱਚ, ਮਾਇਆ ਕੇਵਲ ਧਨ ਨਹੀਂ ਹੈ, ਮਾਇਆ ਕੇਵਲ ਪੈਸਾ ਨਹੀਂ ਹੈ, ਹਰ ਇੱਕ ਚੀਜ਼ ਉਹ ਮਾਇਆ ਹੈ ਜਿਹਦੇ ਨਾਲ ਪਿਆਰ ਪੈਣ ਤੇ ਪ੍ਰਮਾਤਮਾ ਦੂਜੇ ਨੰਬਰ ਤੇ ਆ ਜਾਵੇ। ਮਨੁੱਖ ਦੀ ਜ਼ਿੰਦਗੀ ਦੀਆਂ ਖਾਹਿਸ਼ਾਂ ਸੋਚਾਂ ਨੰਬਰ 1 ਤੇ ਕੀ ਨੇ? ਸਿਰਫ ਪਦਾਰਥ। ਤੁਸੀਂ ਸਵੇਰੇ ਜਦੋਂ ਉੱਠਦੇ ਆ, ਪਹਿਲੀ ਵਿਚਾਰ ਤੁਹਾਡੇ ਚਿੱਤ ਵਿੱਚ ਕੀ ਹੈ? ਜਿਹਦੇ ਚਿੱਤ ਵਿੱਚ ਪਹਿਲੀ ਵਿਚਾਰ ਹੈ ਪ੍ਰਮਾਤਮਾ ਦੀ ਯਾਦ ਦੀ, ਪ੍ਰੇਅਰ ਦੀ, ਪ੍ਰਮਾਤਮਾ ਨੂੰ ਮਿਲਣ ਦੀ, ਪ੍ਰਮਾਤਮਾ ਨਾਲ ਪਿਆਰ ਕਰਨ ਦੀ, ਉਹਦੇ ਹੁਕਮ ਨੂੰ ਸਵੀਕਾਰ ਕਰਨ ਦੀ, ਤਾਂ ਸਮਝ ਲੈਣਾ ਸਾਡੀ ਜ਼ਿੰਦਗੀ ਪ੍ਰਮਾਤਮਾ ਦੇ ਰਸਤੇ ਵੱਲ ਤੁਰ ਰਹੀ ਹੈ। ਪਰ ਜੇ ਜੀਵਨ ਦੇ ਵਿੱਚ ਜਿਹੜੀ ਪਹਿਲੀ ਅਸੀਂ ਸਵੇਰ ਦੇ ਵਿੱਚ ਅੱਖ ਖੋਲ੍ਹਦੇ ਹਾਂ, ਜੇ ਉਹਦੇ ਵਿੱਚ ਇਹੀ ਹੈ ਵੀ ਅੱਜ ਕਿੰਨੇ ਲੈਣੇ ਨੇ, ਕਿੰਨੇ ਦੇਣੇ ਨੇ, ਕਿਹੜੀ ਕੋਠੀ ਲੈਣੀ ਹੈ, ਕਿ ਕੋਠੀ ਕਦੋਂ ਬਣੂਗੀ, ਘਰ ਕਦੋਂ ਬਣੂਗਾ, ਆਮ ਕਰਕੇ ਸਾਡੀ ਜਿਹੜਾ ਬੈੱਡ ਟਾਈਮ ਹੈ ਨਾ, ਜਿਹੜਾ ਬੈੱਡ ਟਾਈਮ ਹੈ ਸਾਡਾ, ਜਿਹੜਾ ਸਵੇਰੇ ਉੱਠ ਕੇ ਅਸੀਂ ਜਾਂ ਬੈੱਡ ਟਾਈਮ ਟੀ ਲੈਂਦੇ ਹਾਂ, ਉਸ ਸਮੇਂ ਸਾਡੀਆਂ ਵਿਚਾਰਾਂ ਕੀ ਨੇ? ਉਹ ਬਹੁਤ ਪਹਿਲੀਆਂ ਵਿਚਾਰਾਂ ਨੇ ਜਿਹੜੀਆਂ ਅਸੀਂ ਸਵੇਰੇ ਉੱਠ ਕੇ ਕਰਦੇ ਹਾਂ। ਇਸੇ ਕਰਕੇ ਸਿੱਖ ਦੇ ਉਸ ਜੀਵਨ ਨੂੰ ਨਿਤਨੇਮੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ। ਸਿੱਖ ਦੇ ਉਹਨਾਂ ਪੜਾਵਾਂ ਨੂੰ ਨਿਤਨੇਮੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਜਦੋਂ ਇਹ ਸਵੇਰੇ ਉੱਠ ਕੇ ਜਦੋਂ ਬਵੇ ਤੇ ਪਹਿਲੀ ਵਿਚਾਰ ਇਹਦੇ ਜੀਵਨ ਵਿੱਚ ਪ੍ਰਮਾਤਮਾ ਦੀ ਯਾਦ ਦੀ ਹੋਵੇ। ਕਿਉਂਕਿ ਜਦੋਂ ਇਹ ਦਿਮਾਗ ਸੰਤੁਲਨ ਹੋਵੇਗਾ, ਜਦੋਂ ਇਹਦੇ ਵਿੱਚ ਜਪਜੀ ਸਾਹਿਬ ਦੀਆਂ ਬਾਰ-ਬਾਰ ਤੁਕਾਂ ਜਿਹੜੀਆਂ ਨੇ ਗੂੰਜਣਗੀਆਂ, ਤੇ ਇਹਦੇ ਜਿਹੜੇ ਫੈਸਲੇ ਨੇ ਉਹ ਸੱਚ ਦੇ ਹੋਣਗੇ। ਇਸੇ ਕਰਕੇ ਸਤਿਗੁਰੂ ਜੀ ਨੇ ਪਹਿਲ ਦੇ ਆਧਾਰ ਤੇ ਇਹਦੇ ਜੀਵਨ ਵਿੱਚ ਜਦੋਂ ਜਪਜੀ ਸਾਹਿਬ ਦਾ ਨਿਤਨੇਮ ਰੱਖਿਆ, ਇੱਕ ਓੰਕਾਰ, ਪਹਿਲੀ ਗੱਲ ਹੀ ਇਹਦੇ ਵਿਚਾਰਾਂ 'ਚ ਆਵੇ ਰੱਬ ਇੱਕ ਹੈ। ਕਿਉਂਕਿ ਸਵੇਰ ਤੋਂ ਉੱਠਦਿਆਂ ਹੀ ਜੋ ਅਸੀਂ ਸਵੇਰੇ ਪਹਿਲੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਪੈਦਾ ਕਰਦੇ ਹਾਂ ਨਾ, ਸਾਰਾ ਦਿਨ ਸਾਡਾ ਉਵੇਂ ਦਾ ਲੰਘਦਾ ਜੀ। ਇਸੇ ਕਰਕੇ ਹੁਕਮਨਾਮਾ ਸਾਹਿਬ ਆ ਕਿ ਅਸੀਂ ਗੁਰਦੁਆਰਾ ਸਾਹਿਬ ਜਾਈਏ, ਹੁਕਮਨਾਮਾ ਸਾਹਿਬ ਵਿਚਾਰ ਸਹਿਤ ਸੁਣੀਏ, ਪੜ੍ਹੀਏ, ਤਾਂ ਕਿ ਸਾਡਾ ਜੀਵਨ ਦਿਨਚਰਿਆ ਉਹਦੇ ਮੁਤਾਬਕ ਹੋਵੇ। ਪਰ ਬਹੁਤ ਘੱਟ ਨੇ। ਅਸੀਂ ਜ਼ਿੰਦਗੀ ਨੂੰ ਧਰਮ ਸਿਰਫ ਅਸੀਂ ਮੰਗਾਂ ਪਦਾਰਥਾਂ ਵਾਸਤੇ ਰੱਖੇ, ਗੁਰਦੁਆਰੇ ਦੀਆਂ ਸੁਖਣਾਵਾਂ ਵਾਸਤੇ ਗੁਰਦੁਆਰੇ ਰੱਖੇ ਨੇ, ਵੀ ਜਾ ਕੇ ਜੇ ਕੰਮ ਨਹੀਂ ਕੋਈ ਹੁੰਦਾ, ਜਾਓ ਜਾ ਕੇ ਗਿਆਨੀ ਜੀ ਕੋ ਅਰਦਾਸ ਕਰਾਓ ਤੇ ਸੁਖਣਾ ਸੁੱਖ ਲਓ, ਬਸ ਜੀ ਕੰਮ ਹੋ ਜਾਊਗਾ, ਬਸ ਦੈਟਸ ਇਟ।
ਜਦ ਕਿ ਗੁਰਦੁਆਰਾ ਗਿਆਨ ਦਾ ਘਰ ਆ, ਉੱਥੋਂ ਗਿਆਨ ਲੈਣ ਜਾਣਾ ਹੈ। ਜਿਵੇਂ ਅਸੀਂ ਆਪਣੇ ਬੱਚੇ ਨੂੰ ਵਿਦਿਆ ਮੰਦਿਰ ਵਿੱਚ ਭੇਜਦੇ ਹਾਂ ਵਿਦਿਆ ਲੈਣ ਵਾਸਤੇ, ਇਵੇਂ ਸਾਡੇ ਵਾਸਤੇ ਗੁਰਦੁਆਰਾ ਗਿਆਨ ਦਾ ਘਰ ਆ, ਜਿੱਥੋਂ ਪ੍ਰਮਾਤਮਾ ਦੇ ਘਰ ਦੀ ਸਮਝ ਆਉਂਦੀ ਹੈ। ਤੋ ਸਾਹਿਬ ਕਹਿੰਦੇ ਮਾਇਆ ਵਿੱਚ ਸਹਿਜ ਨਾ ਉਪਜੈ। ਉਪਜੈ ਦਾ ਅਰਥ ਹੈ ਪੈਦਾ ਨਹੀਂ ਹੁੰਦਾ, ਸਹਿਜ ਦਾ ਅਰਥ ਹੈ ਟਿਕਾਵ। ਸਾਹਿਬ ਕਹਿੰਦੇ ਜਦ ਤੱਕ ਇਹ ਮਨ ਮਾਇਆ ਦੇ ਮੋਹ ਵਿੱਚ ਆ ਨਾ, ਉਦੋਂ ਤੱਕ ਆਤਮਾ ਅਡੋਲ ਨਹੀਂ ਹੋ ਸਕਦੀ, ਉਦੋਂ ਤੱਕ ਪ੍ਰਮਾਤਮਾ ਦਾ ਪ੍ਰੇਮ ਨਹੀਂ ਪੈਦਾ ਹੋ ਸਕਦਾ। ਮਾਇਆ ਦੂਜੈ ਭਾਏ, ਕਿਉਂਕਿ ਮਾਇਆ ਤਾਂ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਪਿਆਰ ਵਿੱਚ ਵਸਾਉਂਦੀ ਹੈ, ਦੂਸਰੇ ਪਿਆਰਾਂ ਵਿੱਚ ਲੈ ਜਾਂਦੀ ਹੈ, ਪ੍ਰਮਾਤਮਾ ਤੋਂ ਤੋੜ ਦਿੰਦੀ ਹੈ। ਅਗਲਾ ਬੰਦ ਹੈ, ਮਨ ਮੁਖ ਕਰਮ ਕਮਾਵਣੇ ਹਉਮੈ ਜਲਾਏ ਜਲਾਏ। ਕਹਿੰਦੇ ਮਨ ਦੀ ਮੱਤ ਪਿੱਛੇ ਲੱਗਿਆ ਹੋਇਆ ਮਨੁੱਖ ਜਿਹੜੇ ਕੰਮ ਕਰਦਾ ਨਾ, ਕਰਮ ਕਮਾਵਣੇ ਦਾ ਅਰਥ ਹੈ ਜਿਹੜੇ ਕੰਮ ਕਰਦਾ ਹੈ, ਉਹ ਕੰਮ ਹਉਮੈ ਨੂੰ ਅੱਗੇ ਲੈ ਕੇ ਜਾਂਦੇ ਨੇ, ਨਾ ਕਿ ਪਿਆਰ ਨੂੰ। ਉਹਦੇ ਜਿੰਨੇ ਕੰਮ ਨੇ ਸਾਰੇ ਹਉਮੈ ਵਿੱਚ ਭਿੱਜੇ ਪਏ ਨੇ, ਮੈਂ ਮੇਰੀ 'ਚ ਨੇ, ਆਈ ਦੇ ਵਿੱਚ ਨੇ, ਸਾਰੀ ਜ਼ਿੰਦਗੀ ਮੈਂ ਮੇਰੀ ਵਿੱਚ ਨਿਘਾਰਿਆ, ਜਲੇ ਜਲਾਏ, ਤੇ ਆਪ ਵੀ ਅੰਦਰੋਂ ਸੜਦਾ ਹੈ, ਹੋਰਨਾਂ ਨੂੰ ਵੀ ਸਾੜਦਾ ਹੈ। ਜੰਮਣ ਮਰਨ ਨਾ ਚੁੱਕਈ, ਫਿਰ ਆਵੈ ਜਾਏ। ਕਹਿੰਦੇ ਐਸੇ ਮਨੁੱਖ ਦੇ ਜੀਵਨ ਦੇ ਵਿੱਚੋਂ ਆ ਜਿਹੜਾ ਨਿੱਤ ਜੰਮਣਾ ਨਿੱਤ ਮਰਨਾ, ਅਸੀਂ ਸਾਰਾ ਦਿਨ ਜੰਮਦੇ ਹਾਂ ਮਰਦੇ ਹਾਂ, ਕਿਉਂਕਿ ਸਾਡੇ ਵਿਚਾਰਾਂ ਦਾ ਜਨਮ ਆ, ਸਾਡੇ ਵਿਚਾਰਾਂ ਦੀ ਮੌਤ ਹੈ। ਸਾਰਾ ਦਿਨ ਅਸੀਂ ਇਸੇ ਗੇੜ ਵਿੱਚੋਂ ਲੰਘਦੇ ਹਾਂ। ਸਤਿਗੁਰੂ ਕਹਿੰਦੇ ਐਸੇ ਮਨੁੱਖ ਦੇ ਜੀਵਨ ਵਿੱਚ ਟਿਕਾਵ ਨਹੀਂ ਆ ਸਕਦਾ, ਉਹ ਬਾਰ-ਬਾਰ ਜੰਮੇਗਾ, ਬਾਰ-ਬਾਰ ਮਰੇਗਾ। ਤ੍ਰੈ ਗੁਣਾ ਵਿੱਚ ਸਹਿਜ ਨਾ ਪਾਈ ਹੈ। ਤ੍ਰੈ ਗੁਣ ਕਿਹੜੇ ਗੁਣ ਨੇ? ਤ੍ਰੈ ਤਿੰਨ ਗੁਣ ਕਿਹੜੇ? ਰਜੋ ਤਮੋ ਸਤੋ। ਰਜੋ ਦਾ ਅਰਥ ਹੈ ਰਾਜਸ਼ਾਹੀ ਠਾਠ, ਬਟ ਤਮੋ ਤ੍ਰਿਸ਼ਨਾ, ਸਤੋ ਦਾ ਅਰਥ ਹੈ ਮੁਕਤੀ, ਮੋਕਸ਼ ਦੀ ਪ੍ਰਾਪਤੀ। ਸਾਹਿਬ ਕਹਿੰਦੇ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਜੀਵ ਭਰਮਿਆ ਪਿਆ ਹੈ, ਭਟਕਿਆ ਪਿਆ ਹੈ, ਤੇ ਸਹਿਜ ਕਿੱਥੋਂ ਆਵੇਗਾ? ਤ੍ਰੈ ਗੁਣਾਂ ਵਿੱਚ ਸਹਿਜ ਨਾ ਪਾਈਏ, ਇਹਨਾਂ ਦੇ ਵਿੱਚੋਂ ਸਹਿਜ ਨਹੀਂ ਮਿਲਣਾ, ਆਤਮਿਕ ਅਡੋਲਤਾ ਨਹੀਂ ਮਿਲਣੀ। ਤ੍ਰੈ ਗੁਣ ਭਰਮ ਭੁਲਾਏ ਸਕੋ। ਇਹਨਾਂ ਤਿੰਨਾਂ ਗੁਣਾਂ ਦੇ ਕਾਰਨ ਇਸ ਜੀਵ ਨੇ ਭਟਕਣਾ ਦੇ ਵਿੱਚ ਹੀ ਪੈ ਰਹਿਣਾ ਹੈ, ਭਰਮ ਜਾਲ ਵਿੱਚ ਹੀ ਪੈ ਰਹਿਣਾ ਹੈ। ਪੜ੍ਹੀ ਹੈ ਗੁਣੀ ਹੈ ਕਿਆ ਕਥੀ ਹੈ, ਜਾਂ ਮੁੱਢੋਂ ਕੁੱਥਾ ਜਾਏ। ਕੁੱਥਾ ਜਾਏ ਦਾ ਅਰਥ ਹੈ ਖੁੰਝਿਆ ਹੋਇਆ, ਮੁੱਢ ਤੋਂ ਹੀ ਜਿਹੜਾ ਖੁੰਝ ਗਿਆ। ਸਾਹਿਬ ਕਹਿੰਦੇ ਜਦੋਂ ਐਸੀ ਹਾਲਤ ਹੋਵੇ ਨਾ ਜੀਵਨ ਦੇ ਵਿੱਚ, ਮਨੁੱਖ ਦਾ ਮਨ ਮਾਇਆ ਵਿੱਚ ਬੱਝਾ ਹੋਵੇ ਤੇ ਨਿਤ ਮਾਇਆ ਦੀ ਚਿਤਵੰਤਾ ਜਿਹੜੀ ਹੈ ਮਾਇਆ ਦੀ ਹੋਵੇ, ਸੋਚ ਪਦਾਰਥਾਂ ਦੀ ਹੋਵੇ, ਸਾਰਾ ਦਿਨ ਕੇਵਲ ਲਾਲਚ ਲੋਭ ਵਿੱਚ ਜੀਵਨ ਟਿਕਿਆ ਹੋਵੇ, ਫਿਰ ਕਹਿੰਦੇ ਐਸੀ ਹਾਲਤਾਂ ਦੇ ਵਿੱਚ ਧਾਰਮਿਕ ਪੁਸਤਕਾਂ ਦੇ ਪੜ੍ਹਨ ਤੇ ਵਿਚਾਰਨਾ ਤੇ ਹੋਰਨਾਂ ਨੂੰ ਸੁਣਾਉਣਾ, ਧਿਆਨ ਦੇਣਾ। ਪੜ੍ਹੀ ਹੈ ਗੁਣੀ ਹੈ ਕਿਆ ਕਥੀ ਹੈ। ਕਹਿੰਦੇ ਜਦੋਂ ਮਨੁੱਖ ਦਾ ਮਨ ਪਦਾਰਥਾਂ ਦੇ ਵਿੱਚ ਫਸਿਆ ਪਿਆ, ਲਾਲਚ ਦੇ ਅਧੀਨ ਹੈ, ਭਾਵੇਂ ਉਹ ਕਿੰਨੀ ਵੀ ਕਥਾ ਕਰ ਕਰਕੇ ਸੁਣਾਵੇ, ਕਿੰਨੀਆਂ ਵੀ ਧਾਰਮਿਕ ਪੁਸਤਕਾਂ ਦੀ ਵਿਚਾਰ ਕਰੇ, ਕਿੰਨਾ ਵੀ ਆਖੇ ਕਿ ਮੇਰੇ ਘਰ ਵਿੱਚ ਐਡੀ ਵੱਡੀ ਲਾਇਬ੍ਰੇਰੀ ਧਾਰਮਿਕ ਪੁਸਤਕਾਂ ਦੀ ਹੈ, ਜੇ ਜੀਵਨ ਵਿੱਚ ਸੱਚ ਹੀ ਨਜ਼ਰ ਨਹੀਂ ਆ ਰਿਹਾ, ਜੇ ਜੀਵਨ ਦੇ ਵਿੱਚ ਗੁਰੂ ਦਾ ਪਿਆਰ ਹੀ ਨਹੀਂ ਦਿਸ ਰਿਹਾ, ਤਾਂ ਸਾਹਿਬ ਕਹਿੰਦੇ ਐਸੇ ਮਨੁੱਖ ਦਾ ਪੜ੍ਹਨਾ ਵਿਦਵਾਨ ਅਖਵਾਉਣਾ ਕਿਸ ਕੰਮ ਦਾ। ਪੜ੍ਹੀ ਹੈ ਗੁਣੀ ਹੈ ਕਿਆ ਕਥੀ ਹੈ। ਧਾਰਮਿਕ ਪੁਸਤਕਾਂ ਪੜ੍ਹਨ ਤੇ ਵਿਚਾਰਨ ਦਾ ਤੇ ਹੋਰਨਾਂ ਨੂੰ ਸੁਣਾਉਣ ਦਾ ਫਿਰ ਸਾਹਿਬ ਕਹਿੰਦੇ ਕੋਈ ਵੀ ਲਾਭ ਨਹੀਂ। ਜੇ ਹੈ ਜੀਵ ਜਾਂ ਮੁੱਢੋਂ ਕੁੱਥਾ ਜਾਏ, ਜੇ ਤੂੰ ਆਪਣੇ ਮੂਲ ਪਰਮਾਤਮਾ ਤੋਂ ਹੀ ਖੁੰਝ ਗਿਆ ਹੈ, ਜੇ ਤੂੰ ਆਪਣੇ ਮੂਲ ਨਿਸ਼ਾਨੇ ਨਿਰੰਕਾਰ ਦੇ ਹੁਕਮ ਤੋਂ ਟੁੱਟ ਕੇ ਸੰਸਾਰੀ ਲੋਕਾਂ ਦੇ ਪਿੱਛੇ ਤੁਰ ਰਿਹਾ ਹੈ। ਆ ਮੇਰੇ ਵਰਗੇ ਪ੍ਰਚਾਰਕ ਬੜੇ ਚਾਪਲੂਸ ਮਿਲਣਗੇ ਜੀ, RSS ਦੀ ਝੋਲੀ ਵਿੱਚ ਡਿੱਗੇ ਹੋਏ ਇਹੋ ਜਿਹੇ, ਜਿਹੜੇ ਪਤਾ ਨਹੀਂ ਜ਼ਿਹਨ ਵਿੱਚ ਕਿਵੇਂ ਇਹ ਗੱਲ ਉਹਨਾਂ ਦੇ ਮੂੰਹ ਚੋਂ ਕਿਵੇਂ ਨਿਕਲ ਜਾਂਦੀ ਹੈ, ਜਦੋਂ ਉਹ ਸਰੇਆਮ ਸਿੱਖ ਅਸੂਲਾਂ ਦੇ ਖਿਲਾਫ ਖਲੋ ਕੇ ਗੁਰਦੁਆਰਿਆਂ ਦੇ ਵਿੱਚ ਬਿਆਨਬਾਜ਼ੀ ਕਰਦੇ ਨੇ। ਕਿਸ ਤਰ੍ਹਾਂ ਕਰ ਲੈਂਦੇ ਨੇ ਰੱਬ ਜਾਣੇ, ਕਿਉਂਕਿ ਮੈਂ ਹੈਰਾਨ ਹਾਂ ਜਿਹੜਾ ਵਿਕ ਗਿਆ, ਜਿਹਨੇ ਮਾਇਆ ਨੰਬਰ 1 ਤੇ ਰੱਖੀ, ਉਹਦਾ ਬੋਲਣਾ, ਉਹਦਾ ਗਾਉਣਾ, ਹੱਸਣਾ ਸਭ ਵਿਕਿਆ ਹੋਇਆ। ਉਹ ਕਿੰਨਾ ਵਿਦਵਾਨ ਹੈ, ਕਿੰਨੀਆਂ ਧਰਮ ਦੀਆਂ ਗੱਲਾਂ ਕਰੇ, ਕਿੰਨੀਆਂ ਗੁਰਬਾਣੀ ਦੀਆਂ ਬਾਤਾਂ ਪੜ੍ਹ ਕੇ ਸੁਣਾਵੇ, ਪਰ ਚਿੱਤ ਤੇ ਮੈਲਾ ਮਨ, ਚਿੱਤ ਦੇ ਵਿੱਚ ਤੇ ਮੈਲ ਭਰੀ ਹੈ। ਉਹ ਤੇ ਗੁਰਬਾਣੀ ਨੂੰ ਸਿਰਫ ਆਪਣੇ
ਉਸ ਗੱਲ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਵਰਤ ਰਿਹਾ ਹੈ, ਆਪਣੇ ਆਪ ਨੂੰ ਸੱਚ ਦਾ ਪੱਖ ਰੱਖਣ ਵਾਸਤੇ, ਕਿਉਂਕਿ ਹਾਲਾਤ ਅੰਦਰੋਂ ਵਿਕੇ ਹੋਏ ਨੇ। ਤੋ ਸਾਹਿਬ ਕਹਿੰਦੇ ਐਸੇ ਮਨੁੱਖ ਦਾ ਜੀਵਨ ਜਿਹਦਾ ਵਿਕਿਆ ਹੋਇਆ ਹੈ, ਪੜ੍ਹੀ ਹੈ, ਗੁਣੀ ਹੈ, ਕਿਆ ਕਥੀ ਹੈ। ਕੀ ਇਹੋ ਜਿਹੇ ਜੀਵਨ ਦੇ ਵਿੱਚ ਪੜ੍ਹਨ ਦਾ ਫਾਇਦਾ, ਕਥਾ ਵਿਚਾਰਾਂ ਕਰਨ ਦਾ ਫਾਇਦਾ, ਜੇ ਆਪਣਾ ਜੀਵਨ ਉਹਨੂੰ ਨਹੀਂ ਸਵੀਕਾਰ ਕਰ ਰਿਹਾ। ਜੇ ਮੇਰੇ ਵਰਗਾ ਕਥਾਕਾਰ ਲੋਕਾਂ ਨੂੰ ਤੇ ਮੱਤਾਂ ਗੁਰਬਾਣੀ ਦੀਆਂ ਦਵੇ ਤੇ ਆਪਣੇ ਜੀਵਨ ਦੇ ਵਿੱਚੋਂ ਉਹਦੇ ਨਜ਼ਰ ਨਾ ਆਵੇ। ਅੱਜ ਇਹੀ ਸਬਕ ਹੈ। ਅੱਜ ਆਪਾਂ ਕਹਿੰਦੇ ਆ ਨਾ, ਇੰਨਾ ਕੀਰਤਨ ਹੋ ਰਿਹਾ ਹੈ, ਇੰਨੀ ਕਥਾ ਹੋ ਰਹੀ ਹੈ, ਤੇ ਅਸਰ ਕਿਉਂ ਨਹੀਂ ਹੋ ਰਿਹਾ? ਕਿਉਂਕਿ ਕੀਰਤਨ ਕਰਨ ਵਾਲਾ ਵੀ ਮਾਇਆ ਦੇ ਵਿੱਚ ਬੱਝਾ ਹੈ, ਕਥਾ ਕਰਨ ਵਾਲਾ ਵੀ ਮਾਇਆ ਵਿੱਚ ਬੱਝਾ ਹੈ। ਪਹਿਲੀ ਮੰਗ ਹੀ ਮਾਇਆ ਦੀ ਹੈ। ਇਹ ਨਹੀਂ ਕਹਿੰਦਾ ਕਿ ਮਾਇਆ ਨਹੀਂ ਚਾਹੀਦੀ, ਜੀਵਨ ਜਿਉਣ ਦੇ ਲਈ ਚਾਹੀਦੀ ਹੈ, ਪਰ ਐਸੀ ਨਹੀਂ ਚਾਹੀਦੀ ਕਿ ਅਸੀਂ ਗੁਰਬਾਣੀ ਦਾ ਮੁੱਲ ਤੈਅ ਕਰਨ ਲੱਗ ਪਈਏ। ਸਿੱਖ ਕਦੀ ਵੀ ਗੁਰਬਾਣੀ ਦਾ ਮੁੱਲ ਨਹੀਂ ਦੇ ਸਕਦਾ। ਜੇ ਮੇਰਾ ਜੀਵਨ ਲਾਲਚ ਵਿੱਚ ਹੈ, ਮਾਇਆ ਦੇ ਵਿੱਚ, ਮੈਂ ਦਿਲੋਂ ਕੀਰਤਨ ਹੀ ਨਹੀਂ ਕਰ ਰਿਹਾ, ਦਿਲੋਂ ਗੁਰੂ ਦੀ ਗੱਲ ਹੀ ਨਹੀਂ ਸੁਣਾ ਰਿਹਾ, ਦਿਲ ਵਿੱਚ ਕੇਵਲ ਪਦਾਰਥ ਭਰੇ ਨੇ, ਕੀ ਉਹ ਸੰਗਤ ਜਿਹੜੀ ਸੁਣੇਗੀ ਕਿ ਉਹਦੇ ਵਿੱਚ ਉਹ ਅਸਰ ਹੋਵੇਗਾ? ਅੱਜ ਇਸੇ ਕਰਕੇ ਅਸਰ ਮੁੱਕ ਗਿਆ ਗੁਰਬਾਣੀ ਦਾ। ਉਹ ਸਿੱਖਾਂ ਦੀਆਂ ਗਾਥਾਵਾਂ, ਉਹ ਸੂਰਮਿਆਂ ਦੀਆਂ ਸਾਖੀਆਂ ਜਿਨ੍ਹਾਂ ਨੂੰ ਅੱਜ ਅਸੀਂ ਸੁਣਾ ਰਹੇ ਹਾਂ, ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਪੜ੍ਹ ਪੜ੍ਹ ਕੇ ਢਾਡੀ ਸਿੰਘ ਸੁਣਾ ਰਹੇ ਨੇ। ਛੋਟੇ ਸਾਹਿਬਜ਼ਾਦਿਆਂ ਦੀਆਂ ਗਾਥਾਵਾਂ, ਵੱਡੇ ਸਾਹਿਬਜ਼ਾਦਿਆਂ ਦੀਆਂ ਗਾਥਾਵਾਂ, ਨਿੱਕੀਆਂ ਜਿੰਦਾਂ ਵੱਡੇ ਸਾਕੇ ਕਹਿੰਦੇ ਆ। ਕੀ ਇਮੇਜਨ ਕੀਤਾ, ਆਪਣੇ ਦਿਲ 'ਚ ਝਾਤੀ ਮਾਰ ਕੇ ਦੇਖੀ ਹੈ ਕਿ ਅਸੀਂ ਉਹਨਾਂ ਦਾ ਕਰਜ਼ ਕਿਤੇ ਰਤਿਕ ਵੀ ਮੋੜਿਆ? ਬਾਬਾ ਫਤਿਹ ਸਿੰਘ ਕੀ ਅਸੀਂ ਆਪਣੇ ਘਰ ਵਿੱਚ ਬਣਾ ਸਕੇ ਆਪਣੇ ਪੁੱਤ ਨੂੰ? ਬਾਬਾ ਜੋਰਾਵਰ ਸਿੰਘ ਕੀ ਅਸੀਂ ਆਪਣੇ ਘਰ ਵਿੱਚ ਆਪਣੇ ਬੱਚੇ ਨੂੰ ਬਣਾ ਸਕੇ ਹਾਂ? ਕਿ ਬਾਬਾ ਅਜੀਤ ਸਿੰਘ ਸਾਡੇ ਘਰ ਵਿੱਚੋਂ ਨਜ਼ਰ ਆ ਰਿਹਾ ਹੈ? ਜੇ ਨਹੀਂ ਨਾ ਨਜ਼ਰ ਆ ਰਿਹਾ ਵੀਰ ਮੇਰਿਓ, ਫਿਰ ਕਮੀ ਸਾਡੇ ਵਿੱਚ ਆ। ਸਾਚਾ ਸਤਿਗੁਰੂ ਕਿਆ ਕਰੇ ਜੋ ਸਿੱਖਾਂ ਮੇ ਹੈ ਚੂਕ। ਅਸੀਂ ਚੁੱਕ ਗਏ ਹਾਂ, ਅਸੀਂ ਗੁਰੂ ਦੇ ਬਚਨਾਂ ਤੋਂ ਟੁੱਟ ਗਏ ਹਾਂ, ਅਸੀਂ ਮੁੱਕਰੇ ਹਾਂ ਗੁਰੂ ਦੇ ਬਚਨਾਂ ਤੋਂ। ਗੁਰੂ ਨਹੀਂ ਜੇ ਮੁੱਕਰਿਆ। ਸਤਿਗੁਰੂ ਨੇ ਤੇ ਆਖਰੀ ਪੜਾਵ ਤੱਕ ਆਪਣਾ ਸਭ ਕੁਝ ਵਾਰਤਾ ਸਾਡੇ ਤੇ, ਸਭ ਕੁਝ ਵਾਰ ਦਿੱਤਾ, ਕੁਝ ਵੀ ਨਹੀਂ ਰੱਖਿਆ। ਸਭ ਕੁਝ ਵਾਰ ਕੇ ਵੀ ਆਖਿਆ ਕਿ ਇਹ ਮੇਰਾ ਖਾਲਸਾ ਚੈਨ ਨਾਲ ਰਵੇ, ਮੈਂ ਮਿਟ ਜਾਵਾਂ ਕੋਈ ਗੱਲ ਨਹੀਂ। ਕਹਿ ਦਿੱਤਾ ਗਰੀਬ ਪੁੱਤਰ ਨੂੰ ਪਰਿਵਾਰ ਦੀਏ ਸੁਤਚਾਰ। ਆਹ ਦਿਨ ਆ ਰਹੇ ਨੇ ਮੇਰੇ ਪਾਤਸ਼ਾਹ ਜੀ ਦੇ, ਉਸ ਮਹਾਨ ਯੋਧਿਆਂ ਦੀ ਯਾਦ ਵਿੱਚ ਅਸੀਂ ਕਿੰਨੇ ਕੁ ਸਮਰਪਿਤ ਹੋਵਾਂਗੇ ਇਹ ਰੱਬ ਜਾਣੇ। ਸਾਡੀ ਜ਼ਿੰਦਗੀ ਵਿੱਚ ਹਰ ਸਾਲ ਆਉਂਦਾ ਹੈ, ਦਿਨ ਆਉਂਦੇ ਨੇ, ਸਭ ਬਦਲ ਜਾਂਦਾ, ਪਰ ਅਸੀਂ ਨਹੀਂ ਬਦਲਦੇ। ਅਸੀਂ ਉਵੇਂ ਹੀ ਖਲੋਤੇ ਹਾਂ, ਉਵੇਂ ਹੀ ਖਲੋਤੇ ਹਾਂ, ਉੱਥੇ ਹੀ ਖਲੋਤੇ ਰਵਾਂਗੇ। ਸਾਡੇ ਕੱਲ੍ਹ ਵੀ ਉਹੀ ਮੈਲੇ ਵਿਚਾਰ ਸਨ, ਅੱਜ ਵੀ ਉਹੀ ਮੈਲੇ ਵਿਚਾਰ ਨੇ। ਕੱਲ੍ਹ ਵੀ ਅਸੀਂ ਗੁਰਬਾਣੀ ਨੂੰ ਧੋਖਾ ਦੇ ਰਹੇ ਸਾਂ, ਅੱਜ ਵੀ ਗੁਰਬਾਣੀ ਨੂੰ ਧੋਖਾ ਦੇ ਰਹੇ। ਧੋਖਾ ਦੇਣ ਦਾ ਮਤਲਬ ਸਿਰਫ ਆਪਣੇ ਲਾਲਚ ਵਾਸਤੇ ਵਰਤ ਰਹੇ ਹਾਂ, ਗੁਰੂ ਨੂੰ ਸਮਰਪਿਤ ਹੋਣ ਵਾਸਤੇ ਨਹੀਂ। ਇਹੀ ਗੱਲ ਸਾਹਿਬ ਇੱਥੇ ਕਹਿ ਰਹੇ, ਕਹਿੰਦੇ ਪੜ੍ਹੀ ਹੈ, ਗੁਣੀ ਹੈ, ਕਿਆ ਕਥੀ ਹੈ। ਕਹਿੰਦੇ ਕੀ ਫਾਇਦਾ ਐਸਾ ਪੜ੍ਹਨ ਦਾ, ਲੋਕਾਂ ਨੂੰ ਧਾਰਮਿਕ ਪੁਸਤਕਾਂ ਸੁਣਾਉਣ ਦਾ, ਵੱਡੀਆਂ ਵੱਡੀਆਂ ਬਾਹਾਂ ਮਾਰ ਕੇ ਕਥਾਵਾਂ ਕਰਨ ਦਾ, ਜਾਂ ਮੁੱਢੋਂ ਕੁੱਥਾ ਜਾਏ, ਜੇ ਮੁੱਢ ਤੋਂ ਹੀ ਹੈ ਸਿੱਖਾ ਤੇਰਾ ਜੀਵਨ ਮਾਇਆ ਵਿੱਚ ਲੀਨ ਆ। ਇਹਦਾ ਮਤਲਬ ਤੂੰ ਸੰਗਤ ਨੂੰ ਧੋਖਾ ਦੇ ਰਿਹਾ ਹੈ, ਇਹਦਾ ਮਤਲਬ ਤੂੰ ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ, ਜੇ ਤੂੰ ਗੁਰੂ ਦੀ ਗੱਲ ਨੂੰ ਸੰਗਤਾਂ ਤੱਕ ਨਹੀਂ ਪਹੁੰਚਾ ਰਿਹਾ। ਤਾਂ ਸਭ ਕਹਿੰਦੇ ਐਸੇ ਮਨੁੱਖ ਦੀ ਜ਼ਿੰਦਗੀ ਦਾ ਸਫ਼ਰ ਝੂਠਾ ਹੈ, ਜੋ ਕੇਵਲ ਆਪਣੇ ਪਦਾਰਥਾਂ ਨੂੰ ਕਮਾਉਣ ਵਾਸਤੇ ਧਰਮ ਨੂੰ ਵਰਤ ਰਿਹਾ ਹੈ। ਅਗਲਾ ਬੰਦ ਬੜਾ ਪਿਆਰਾ ਹੈ। ਚੌਥੇ ਪਦ ਮੈਂ ਹੈ ਸਹਿਜ ਹੈ, ਗੁਰਮੁਖ ਪੱਲੇ ਪਾਏ। ਸਭ ਕਹਿੰਦੇ ਜਿਹੜਾ ਗੁਰੂ ਦੇ ਸਨਮੁਖ ਰਹਿ ਗਿਆ ਨਾ, ਜਿਹੜਾ ਗੁਰੂ ਦੀ ਮੱਤ ਤੇ ਤੁਰ ਪਿਆ, ਉਹ ਚੌਥੇ ਪਦ ਦਾ ਧਾਰਨੀ ਹੋ ਗਿਆ। ਤਿੰਨ ਪਦ ਕਿਹੜੇ ਨੇ? ਰਜੋ ਤਮੋ ਸਤੋ, ਇਹ ਤਿੰਨ ਪਦ ਨੇ। ਚੌਥਾ ਪਦ ਆ ਪਰਮਾਤਮਾ ਦੇ ਗਿਆਨ ਦਾ, ਜਿੱਥੇ ਰੱਬ ਤੇ ਸਿੱਖ ਇੱਕ ਹੋ ਗਿਆ। ਅਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜੋ ਰੱਬ ਦੇ ਖਿਆਲਾਤ ਨੇ ਉਹੀ ਸਿੱਖ ਦੇ ਨੇ, ਜੋ ਗੁਰਬਾਣੀ ਕਹਿ ਰਹੀ ਹੈ ਉਹ ਸਿੱਖ ਦੇ ਜੀਵਨ ਵਿੱਚੋਂ ਨਜ਼ਰ ਆ ਰਹੀ ਹੈ। ਹੁਣ ਇੱਕ ਥਿਊਰੀ ਹੈ, ਇੱਕ ਪ੍ਰੈਕਟੀਕਲ ਹੈ। ਜੋ ਮੈਂ ਥਿਊਰੀ ਗੁਰਬਾਣੀ ਦੇ ਵਿੱਚੋਂ ਰੋਜ਼ ਨਿਤਨੇਮ ਦੇ ਰੂਪ ਦੇ ਵਿੱਚ ਪੜ੍ਹਦਾ, ਉਹਨੂੰ ਵਿਚਾਰਦਾ, ਉਹ ਮੇਰੇ ਜੀਵਨ ਦੇ ਵਿੱਚ ਸਾਰਾ ਦਿਨ ਨਜ਼ਰ ਆਉਣੀ ਚਾਹੀਦੀ, ਸਾਰਾ ਦਿਨ ਨਜ਼ਰ ਆਉਣੀ ਚਾਹੀਦੀ ਹੈ।
ਜੇ ਮੈਂ ਸਵੇਰੇ ਜੋ ਥਿਊਰੀ ਪੜ੍ਹੀ ਹੈ ਗੁਰਬਾਣੀ ਦੀ, ਜੇ ਮੇਰੇ ਜੀਵਨ ਦੇ ਵਿੱਚ ਉਹ ਨਜ਼ਰ ਨਹੀਂ ਆ ਰਹੀ, ਇਹਦਾ ਮਤਲਬ ਕਿ ਮੈਂ ਕੇਵਲ ਜੀਵਾਂ ਤੋਂ ਪੜ੍ਹ ਰਿਹਾ। ਚੌਥਾ ਪਦ ਹੈ ਐਸੀ ਅਵਸਥਾ ਜਿੱਥੇ ਸੱਚ ਟਿਕ ਜਾਵੇ, ਜਿੱਥੇ ਸੰਤੋਖ ਆ ਜਾਵੇ, ਜਿੱਥੇ ਸਬਰ ਆ ਜਾਵੇ, ਜਿੱਥੇ ਦੁਨੀਆ ਦਾ ਭਾਵੇਂ ਕੋਈ ਵੀ ਡਰ ਅਸਰ ਨਾ ਕਰੇ, ਭਾਵੇਂ ਬੰਦ ਕੱਟਣਾ ਹੋਵੇ, ਭਾਵੇਂ ਚਰਖੜੀਆਂ ਤੇ ਚੜ੍ਹ ਜਾਣਾ ਮਨਜ਼ੂਰ ਹੋਵੇ, ਪਰ ਗੁਰੂ ਨੂੰ ਪਿੱਠ ਦੇਣੀ ਮਨਜ਼ੂਰ ਨਾ ਹੋਵੇ। ਉਹਨੂੰ ਕਹਿੰਦੇ ਚੌਥਾ ਪਦ, ਉਹਨੂੰ ਕਹਿੰਦੇ ਸਹਿਜ ਦਾ ਪਦ। ਉਹ ਅਵਸਥਾ ਜਿੱਥੇ ਜਾ ਕੇ ਅਸੀਂ ਰੋਜ਼ ਅਰਦਾਸ ਕਰਦੇ ਹਾਂ ਨਾ, ਮੇਰੇ ਖਿਆਲ 'ਚ ਉਹਦੇ ਵਿੱਚ ਵੀ ਧਿਆਨ ਨਹੀਂ ਜੋੜਦੇ। ਜਿਹਦੇ ਵਿੱਚ ਅਰਦਾਸ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਉਹ ਨੇ ਜੋ ਉਸ ਸਹਿਜ ਦੀ ਅਵਸਥਾ 'ਤੇ ਪਹੁੰਚੀਆਂ ਹੋਈਆਂ ਭੈਣਾਂ, ਪਹੁੰਚੇ ਹੋਏ ਵੀਰ ਸਨ, ਜਿਨ੍ਹਾਂ ਨੇ ਕੁਰਬਾਨੀਆਂ ਕਰ ਦਿੱਤੀਆਂ। ਅਸੀਂ ਇੰਨੇ ਜਿਉਂਦੇ ਨਹੀਂ ਜਿੰਨੇ ਸਾਡੇ ਕੁਰਬਾਨ ਹੋਏ ਨੇ, ਜਿੰਨੇ ਸਾਡੇ ਗੁਰੂ ਕੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਨੇ। ਉਹ ਵਾਸਤਾ ਜੇ ਸਾਨੂੰ ਉਹਨਾਂ ਸ਼ਹਾਦਤਾਂ ਦਾ ਕਿ ਅਸੀਂ ਗੁਰੂ ਦੀ ਮੱਤ 'ਤੇ ਤੁਰ ਪਈਏ। ਚੌਥੇ ਪਦ ਮੈਂ ਸਹਿਜ ਹੈ। ਸਾਹਿਬ ਕਹਿੰਦੇ ਇਸ ਅਵਸਥਾ ਦੇ ਵਿੱਚ ਸਹਿਜ ਆ ਟਿਕਦਾ ਹੈ, ਖਿਮਾ ਕਰਨਾ, ਗੁਰਮੁਖ ਪੱਲੇ ਪਾਏ। ਜਿਹੜਾ ਸਿੱਖ ਗੁਰੂ ਦੇ ਸਨਮੁਖ ਹੋ ਤੁਰਦਾ ਹੈ, ਫਿਰ ਹੁਣ ਗੁਰਮੁਖ ਤੇ ਅਸੀਂ ਸਾਰੇ ਹੀ ਹਾਂ, ਹਰ ਇੱਕ ਨੂੰ ਅਸੀਂ ਪਦ ਗੁਰਮੁਖ ਦਾ ਦਿੰਦੇ ਹਾਂ, ਪਰ ਐਕਚੁਅਲੀ ਗੁਰਮੁਖ ਕੌਣ ਆ? ਸਾਹਿਬਾਂ ਨੂੰ ਪੁੱਛ ਲਈਏ। ਸਾਹਿਬ ਕਹਿੰਦੇ ਜੋ ਗੁਰਸਿੱਖ ਉਹ ਹੈ ਜੋ ਗੁਰੂ ਕਾ ਹੁਕਮ ਕਮਾਉਂਦਾ ਹੈ। ਗੁਰ ਸਤਿਗੁਰੂ ਕਾਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਇਹ ਗੁਣ ਜਿਹਦੇ ਜੀਵਨ 'ਚ ਨੇ, ਜਿਹਨੇ ਆਪਣੇ ਆਪ ਨੂੰ ਗੁਰੂ ਦੇ ਸਨਮੁਖ ਰੱਖ ਲਿਆ, ਗੁਰੂ ਦੇ ਬਚਨਾਂ ਤੇ ਤੁਰਨਾ ਸ਼ੁਰੂ ਕਰ ਦਿੱਤਾ ਹੈ, ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕਰ ਲਿਆ ਹੈ, ਗੁਰਮੁਖ ਪੱਲੇ ਪਾਏ। ਕਹਿੰਦੇ ਉਸ ਗੁਰੂ ਦੇ ਸਿੱਖ ਨੂੰ ਆਤਮਿਕ ਅਵਸਥਾ ਦੀਆਂ ਉਚਾਈਆਂ ਮਿਲਦੀਆਂ ਨੇ। ਉਹਦੇ ਜੀਵਨ ਵਿੱਚ ਸਹਿਜ ਆ ਜਾਂਦਾ ਹੈ, ਉਹਦੇ ਜੀਵਨ ਵਿੱਚ ਸਬਰ ਆ ਜਾਂਦਾ ਹੈ, ਸੰਤੋਖ ਆ ਜਾਂਦਾ ਹੈ, ਤੇ ਉਹਦੇ ਪੱਲੇ ਸਦਾ ਵਾਸਤੇ ਪਰਮਾਤਮਾ ਦੇ ਸ਼ੁਭ ਗੁਣ ਵੱਜ ਜਾਂਦੇ ਹਨ। ਅਗਲਾ ਬੰਦ ਹੈ ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਝੀ ਹੋਏ। ਨਿਰਗੁਣ ਨਾਮ ਉਹ ਪਰਮਾਤਮਾ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ ਹੈ। ਇੱਥੇ ਨਿਰਗੁਣ ਦਾ ਅਰਥ ਇਹ ਨਹੀਂ ਕਿ ਗੁਣਾਂ ਤੋਂ ਰਹਿਤ। ਇੱਥੇ ਨਿਰਗੁਣ ਕੀ ਹੈ? ਪਰਮਾਤਮਾ ਹੈ। ਪਰਮਾਤਮਾ ਦੇ ਉੱਤੇ ਨਾ ਰਜੋ, ਨਾ ਤਮੋ, ਨਾ ਸਤੋ, ਇਹਨਾਂ ਗੁਣਾਂ ਦਾ ਕੋਈ ਪ੍ਰਭਾਵ ਨਹੀਂ, ਕਿਉਂਕਿ ਉਹ ਸਿਰਫ ਤੇ ਸਿਰਫ ਮਾਨਵਤਾ ਦੇ ਵਿੱਚ ਵਸਦਾ ਹੈ। ਨਿਰਗੁਣ ਨਾਮ ਨਿਧਾਨ ਹੈ। ਜਿਹੜਾ ਪਰਮਾਤਮਾ ਹੈ ਨਾ, ਉਹ ਨਿਰਗੁਣ ਨਾਮ, ਉਹ ਇਹਨਾਂ ਤਿੰਨਾਂ ਗੁਣਾਂ ਰਜੋ ਤਮੋ ਸਤੋ ਮਾਇਆ ਆਦਿਕ ਦੇ ਇਸ ਪ੍ਰਭਾਵ ਤੋਂ ਪਰੇ ਹੈ। ਉਹ ਸੱਚ ਦਾ ਖਜ਼ਾਨਾ ਹੈ, ਉਹ ਸਹਿਜ ਦਾ ਖਜ਼ਾਨਾ ਹੈ। ਸਹਿਜੇ ਸੋਝੀ ਹੋਏ, ਤੇ ਉਸ ਖਜ਼ਾਨੇ ਤੱਕ ਉਹੀ ਮਨੁੱਖ ਪਹੁੰਚਦਾ ਹੈ ਜੋ ਸਹਿਜ ਵਿੱਚ ਟਿਕਦਾ ਹੈ, ਜੋ ਆਪਣੇ ਮਨ ਨੂੰ ਟਿਕਾ ਲੈਂਦਾ ਹੈ ਗੁਰੂ ਸ਼ਬਦ ਵਿੱਚ, ਤੇ ਗੁਰੂ ਦੀ ਮੱਤ ਤੇ ਤੁਰਨ ਲੱਗ ਪੈਂਦਾ ਹੈ। ਉਹਨੂੰ ਇਹ ਸਮਝ, ਇਹ ਸੋਝੀ ਗੁਰਬਾਣੀ ਦੀ ਹੋਣ ਲੱਗ ਪੈਂਦੀ ਹੈ। ਫਿਰ ਉਹਦੇ ਜੀਵਨ ਦੇ ਵਿੱਚ ਸਬਰ ਆ ਜਾਂਦਾ ਹੈ, ਫਿਰ ਉਹਦੇ ਜੀਵਨ ਦੇ ਵਿੱਚੋਂ ਦੁਬਿਧਾ ਮੁੱਕ ਜਾਂਦੀ, ਕਨਫਿਊਜ਼ਨ ਮੁੱਕ ਜਾਂਦੀ ਹੈ, ਭਰਮ ਮੁੱਕ ਜਾਂਦਾ ਹੈ। ਗੁਣਵੰਤੀ ਸਾ ਲਾਹਿਆ, ਸੱਚੇ ਸੱਚੀ ਸੋਏ। ਸਭ ਕਹਿੰਦੇ ਜਿਹੜੇ ਜੀਵ ਗੁਣਾਂ ਵਾਲੇ ਬਣ ਗਏ, ਜਿਨ੍ਹਾਂ ਨੇ ਗੁਰਬਾਣੀ ਨੂੰ ਜੀਵਨ ਦੇ ਵਿੱਚ ਸਮਾਇਆ, ਗੁਰਬਾਣੀ ਦੇ ਮੁਤਾਬਕ ਚੰਗੇ ਗੁਣ ਜੀਵਨ ਵਿੱਚ ਢਾਲ ਲੈ, ਸਬਰ ਆ ਗਿਆ, ਸੰਤੋਖ ਆ ਗਿਆ, ਹਲੀਮੀ ਆ ਗਈ, ਜੋ ਐਸੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਲੱਗ ਪਏ, ਉਹਨਾਂ ਨੇ ਫਿਰ ਕੀ ਕੀਤਾ? ਸਲਾਹਿਆ, ਸਦਾ ਵਾਸਤੇ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ ਗਏ। ਸੱਚੇ ਸੱਚੀ ਸੋਏ, ਤੇ ਉਹਨਾਂ ਦੇ ਜੀਵਨ ਦੇ ਵਿੱਚ ਸਦਾ ਅਟਲ ਰਹਿਣ ਵਾਲਾ ਪਰਮਾਤਮਾ ਸਮਾ ਗਿਆ। ਉਹਨਾਂ ਦੀ ਜ਼ਿੰਦਗੀ ਸੱਚ ਤੇ ਤੁਰ ਪਈ। ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਸਭ ਕਹਿੰਦੇ ਉਹ ਪਰਮਾਤਮਾ ਹੈ ਨਾ ਜਿਹੜਾ, ਉਹ ਨਿਰੰਕਾਰ ਆ ਜਿਹੜਾ, ਉਹ ਵਾਹਿਗੁਰੂ ਆ ਜਿਹੜਾ, ਉਹ ਰੱਬ ਆ, ਉਹ ਬੜਾ ਦਿਆਲੂ ਹੈ। ਕਿਤੇ ਮਨੁੱਖ ਨਿਮਰਤਾ ਦੇ ਨਾਲ ਉਹਦੇ ਅੱਗੇ ਅਰਦਾਸ ਕਰੇ, ਪ੍ਰੇਅਰ ਕਰੇ, ਮਿੰਨਤਾਂ ਕਰੇ, ਤਰਲੇ ਲਵੇ, ਤੇ ਉਹ ਪਰਮਾਤਮਾ ਐਸੀ ਕਿਰਪਾ ਕਰਦਾ ਹੈ, ਭੁੱਲਿਆਂ ਹੋਇਆਂ ਨੂੰ ਵੀ ਰਸਤੇ ਤੇ ਪਾ ਦਿੰਦਾ ਹੈ, ਭਟਕਿਆਂ ਹੋਇਆਂ ਨੂੰ ਰਸਤੇ ਤੇ ਤੋਰ ਦਿੰਦਾ ਹੈ।
पर कितना शब्द मिलावा होए। जदों वो गुरु शब्द विच जुड़ते हैं, साडा गुरु कौन आ? शब्द गुरु। ਉਹਦਾ चेला कौन आ? सुरत धुन चेला। ਅਸੀਂ ਸਰੀਰ ਕਰਕੇ चेले बने हुए हैं, जद कि साडी सुरत गुरु ਦੇ शब्द विच नहीं है। जब तक साडे, मैं पहला भी बेनती की सी, शरीर करके मैं भावें कैसा भी सोहना बाड़ा पाया सिੱਖੀ ਦਾ, पर जे मेरी सुरत किसी डेरेदार के चरणों में जाके पैंदी है, मेरी सुरत दे विच कोई मड़ी मसानी, कोई कबर आ, मेरी सुरत विच कोई लाला पीलां वाला है, इहदा मतलब मैं सुरत मेरी ओदी सिੱਖ आ, दे करके भावें मैं जिन्ने मर्जी गुरु ग्रंथ साहिब नूं मत्थे टेकी जावां। ਸਾਹਿਬ ਕਹਿੰਦੇ ਮੈਨੂੰ ਤੇਰੀ ਸੁਰਤ ਸਿੱਖ ਚਾਹੀਦੀ ਹੈ, ਸੁਰਤ ਧੁਨ ਚੇਲਾ। ਜਿਹੜੀ ਸੁਰਤ ਆ ਨਾ, ਉਹ ਸੁਰਤ ਮੈਨੂੰ ਤੇਰੀ ਸਿੱਖ ਚਾਹੀਦੀ ਹੈ। ਜਦੋਂ ਗੁਰੂ ਦੇ ਸਿੱਖ ਦੀ ਸੁਰਤ ਸਿੱਖ ਬਣਦੀ ਆ ਨਾ, ਫਿਰ ਉਹਨੂੰ ਕੋਈ ਡਰ ਨਹੀਂ, ਭਾਵੇਂ ਉਹ ਕਿਤੇ ਵੀ ਬੈਠਾ ਹੋਵੇ, ਕਿਤੇ ਵੀ ਖਲੋਤਾ ਹੋਵੇ, ਉਹਦੀ ਸੁਰਤ ਗੁਰੂ ਨਾਲ ਜੁੜੀ ਹੋਈ ਹੈ, ਗੁਰੂ ਸ਼ਬਦ ਵਿੱਚ ਜੁੜੀ ਹੋਈ ਹੈ। ਤੇ ਜਦੋਂ ਗੁਰੂ ਸ਼ਬਦ ਵਿੱਚ ਸਿੱਖ ਦੀ ਸੁਰਤ ਜੁੜ ਜਾਵੇ, ਜਦੋਂ ਸਿੱਖ ਗੁਰੂ ਸ਼ਬਦ ਦੇ ਵਿੱਚ ਟਿਕ ਜਾਵੇ, फिर ऊठत बैठत सोवत ध्याईए वाली अवस्था ते, फिर उन्होंने लोड़ नहीं। फिर तो जे दुकान ते बैठा वा ना, उत्थे भी वो गुरु नाल जुड़े है। फिर जे वो कोई धंधा कर रहा, उत्थे भी गुरु नाल जुड़े है। गड्डी च बैठा है, उत्थे भी गुरु नाल जुड़े है, क्योंकि सुरत सिख बन गई है गुरु शब्द की। तो साहब कहते भुलिया सहज मिलाए सी, ਜਿਹੜੇ ਭਟਕੇ ਨੇ, ਜਿਹੜੇ ਭੁੱਲੇ ਹੋਏ ਨੇ, ਉਹਨਾਂ ਨੂੰ ਗੁਰੂ ਜੀ ਨੇ ਆਪ परमात्मा ने ਸਿੱਧੇ ਰਾਹ ਪਾ ਸਕਦਾ ਹੈ। ਕਿਵੇਂ? ਸ਼ਬਦ ਮਿਲਾਵਾ ਹੋਏ। ਗੁਰੂ ਦੀ ਸ਼ਬਦ ਦੀ ਬਰਕਤ ਦੇ ਨਾਲ, ਗੁਰੂ ਦੇ ਸ਼ਬਦ ਵਿੱਚ ਜੁੜਿਆਂ, ਉਹਨੂੰ ਜੀਵਨ ਵਿੱਚ ਧਾਰਨ ਕੀਤਿਆਂ ਇਹ ਸੱਚ ਦੀ ਸਮਝ ਆਉਂਦੀ ਹੈ। ਅਗਲਾ ਬੰਦ ਹੈ, ਬਿਨ ਸਹਿਜੈ ਸਭ ਅੰਧ ਹੈ, ਮਾਇਆ ਮੋਹ ਗੁਬਾਰ। ਬਿਨ ਸਹਿਜੈ, ਸਭ ਕਹਿੰਦੇ ਮਨ ਦੀ ਸ਼ਾਂਤੀ ਤੋਂ ਬਿਨਾਂ, आत्मा की अडोलता तो बिना सब अंध है। जो कुछ आ ना सब अंधेर है। जे मन की शांति नहीं मिलती, फिर वड्डे वड्डे बंगले पाउण दा की फायदा? मनुख बंगले क्यों पाउंदा है, आलीशान पत्थरां दे घर क्यों बनाउंदा है? बिन मन की शांति मिले। पर जे ये महल माड़ियां मन नूं शांत नहीं कर सकियां, मन सगों होर बुखलाहट दे विच है, होर मन कलप रहा है, ਇਹਦਾ मतलब भी साडी मंजिल गलत हो गई है, असी मंजिल गलत चुन ली है, साडा रस्ता गलत हो गया है। क्योंकि बिन सहजै, मन की शांति तो बिना, आत्मिक अडोलता तो बिना, सारा जगत माया दे मोह दे अंधेरे विच फसिया होया है। माया मोह गुबार, माया दे मोह दे अंधेरे विच फसिया होया है। ते ऐसे मनुख दा जीवन विकारां दे विच अन्ना होया पिया है, जिसनूं सब कहते माया धारी अत अन्ना बोला, शब्द ना सुने बाहो रोल कचोड़ा। ऐसे मनुख बारे गुरु जी कहते माथे त्रिकुटी दृष्ट करूर, बोले कौड़ा जेबा की फूड़। क्योंकि नित वो कौड़ा बोलता है, नित माया विच बज्झा है, अखां दे उपर माया की पट्टी बज्जी है, कन्नां ते माया की पट्टी बज्जी है, सुनदा ही कुछ नहीं, गुरु की गल सुनती कोई नहीं, सारा दिन विकारी जीवन जिउ रहा है। सहजे ही सो जी पई, सच्चा शब्द अपार। अपार दा अर्थ आ अपार विच। सब कहते सहजे ही सो जी पई। जदों परमात्मा दे नाल जीवन जुड़दा है, असी कोशिश करते हैं गुरबाणी नूं समझण दी, गुरबाणी नूं विचारन दी, ते इस सहजे हौली हौली ये सोझी आउण लगदी है। चंगी क्षमा करना, हौली हौली सच की सोझी आउण लगदी है, समझ आउण लगदी है। सच्चा शब्द अपार, ते सदा अटल रहण वाले सच्चे गुरु दे शब्द दे विच ये चित्त जुड़ जाता है, सुरत जुड़ जाती है, उहदे प्यार दे विच ये जीवन टिक जाता है। आपे बख्श मिलायन पूरे गुर करतार। सब कहते मैं इहदा दावा नहीं करता कि ये जो कुछ किया है मैं किया है, कहते मैनू तो इन्नी की समझ पई है, जे कोई सच दी सहज दी जे कोई सोझी आउण लगी है ना, ये मेरे पूरे गुरु ने कृपा की है।
आपे बख्श मिलायन। उन्हें ही अपनियां बख्शिशां कीतियां ने। मेरे वर्गे भटकदे होए नूं अपने नाल मिला लिया है। किन्ने? पूरे गुरु करतार, मेरे पूरे गुरु मालक अकाल पुरख वाहिगुरु, मेरे सतगुरु गुरु शब्द ने। सहजे अदिष्ट पछाणीਐ, ਨਿਰਭਉ ਜੋਤ ਨਿਰੰਕਾਰ। ਸਹਿਜੇ ਦਾ ਅਰਥ ਹੈ ਆਤਮਿਕ ਅਡੋਲਤਾ ਦੇ ਵਿੱਚ ਹੀ, ਸਹਿਜ ਅਵਸਥਾ ਦੇ ਵਿੱਚ। ਅਦਿਸ਼ਟ ਜੋ ਨਾ ਦਿਸਣ ਵਾਲਾ ਹੈ, ਪਹਿਚਾਣੀ ਹੈ, ਉਹਦੀ ਪਹਿਚਾਣ ਹੋ ਜਾਂਦੀ ਹੈ। ਨਿਰਭਉ ਜੋ ਨਿਡਰ ਹੈ। ਜੋਤ ਨਿਰੰਕਾਰ, ਕੌਣ? ਸਾਰਿਆਂ ਵਿੱਚ ਵਸਦਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ। ਪੂਰੀ ਪੰਕਤੀ ਦੇ ਅਰਥ ਨੇ ਜਦੋਂ ਜੀਵਨ ਆਤਮਿਕ ਅਡੋਲਤਾ ਵਿੱਚ ਪਹੁੰਚ ਜਾਂਦਾ ਹੈ, ਜਦੋਂ ਮਨ ਚੰਚਲਤਾਈਆਂ ਛੱਡ ਦਿੰਦਾ ਹੈ, ਮਨ ਗੰਭੀਰ ਹੋ ਜਾਂਦਾ ਹੈ, ਗਹਿਰਾ ਹੋ ਜਾਂਦਾ ਹੈ, ਤੇ ਫਿਰ ਉਸ ਸੱਚੇ ਨਿਰੰਕਾਰ ਦੇ ਨਾਲ ਸਾਂਝ ਬਣਨ ਲੱਗ ਪੈਂਦੀ ਹੈ। ਫਿਰ ਜੋ ਉਹ ਪ੍ਰਮਾਤਮਾ ਪਹਿਲਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਸੀ ਨਾ ਆ ਰਿਹਾ, ਹੁਣ ਉਹ ਨਜ਼ਰ ਆਉਣ ਲੱਗ ਪਿਆ, ਸਾਰਿਆਂ ਵਿੱਚ ਵਸਦਾ ਦਿਸਣ ਲੱਗ ਪਿਆ। ਰੋਮ ਰੋਮ ਜ਼ਰਰੇ ਜ਼ਰਰੇ ਵਿੱਚ ਉਹ ਟਿਕਦਾ ਨਜ਼ਰ ਆ ਰਿਹਾ ਹੈ। ਉਹ ਨਿਰੰਕਾਰ ਜਿਸ ਨੂੰ ਕਿਸੇ ਦਾ ਡਰ ਨਹੀਂ, ਜੋ ਨਿਰਾ ਚਾਨਣ ਹੀ ਚਾਨਣ ਹੈ, ਜਿਹਦਾ ਕੋਈ ਖਾਸ ਸਵਰੂਪ ਨਹੀਂ ਸੀ, ਇਹ ਸਮਝ ਆ ਰਿਹਾ ਹੁਣ ਸਾਰਿਆਂ ਵਿੱਚ ਵਸਦਾ, ਸਾਰਿਆਂ ਵਿੱਚ ਟਿਕਿਆ ਹੋਇਆ ਉਹ ਨਿਰੰਕਾਰ ਪਹਿਚਾਣ ਵਿੱਚ ਆਉਣ ਲੱਗ ਪਿਆ। ਹੁਣ ਹਰ ਇੱਕ ਵਿੱਚ ਪ੍ਰਮਾਤਮਾ ਦੀ ਜੋਤ ਦਿਸਣ ਲੱਗ ਪਈ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਣਹਾਰ। ਫਿਰ ਸਮਝ ਆ ਗਈ ਹੈ ਕਿ ਜਿਹੜਾ ਉਹ ਪ੍ਰਮਾਤਮਾ ਹੈ ਨਾ, ਉਹੀ ਸਾਰਿਆਂ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ। ਹੁਣ ਹੋਰ ਕਿਸੇ ਦੀ ਮੁਤਾਜੀ ਕਰਨ ਨੂੰ ਜੀ ਕੋਈ ਨਹੀਂ ਕਰਦਾ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਪਜੀ ਸਾਹਿਬ 'ਚ ਵੀ ਆਪਾਂ ਪੜ੍ਹਦੇ ਹਾਂ। ਤੋ ਸਾਹਿਬ ਕਹਿੰਦੇ ਸਾਰਿਆਂ ਜੀਆਂ ਦਾ ਜਿਹੜਾ ਉਹ ਪ੍ਰਮਾਤਮਾ ਵਾ ਨਾ, ਹੁਣ ਸਮਝ ਆ ਗਿਆ ਕਿ ਕੇਵਲ ਉਹੀਓ ਇੱਕ ਦਾਤਾ ਹੈ, ਉਹੀਓ ਇੱਕ ਵਾਹਿਗੁਰੂ ਮਾਲਕ ਹੈ ਜੋ ਦਾਤਾ ਦੇਣ ਵਾਲਾ ਹੈ। ਹੋਰ ਕਿਸੇ ਦੇ ਕੋਲ ਜਾਣ ਦੀ ਹੁਣ ਲੋੜ ਹੀ ਨਹੀਂ। ਜੋਤੀ ਜੋਤ ਮਿਲਾਵਣਹਾਰ, ਆਖਰ ਉਹ ਆਪਣੀ ਜੋਤ ਦੇ ਵਿੱਚ ਸਾਰੇ ਤਮਾਮ ਲੋਕਾਈ ਨੂੰ ਲੀਨ ਕਰ ਲੈਂਦਾ ਹੈ ਜੋ ਉਹਦੇ ਚਰਨਾਂ ਵਿੱਚ ਜੁੜ ਜਾਂਦੇ ਹਨ। ਪੂਰੇ ਸ਼ਬਦ ਸਲਾਹੀ ਹੈ, ਜਿਸ ਦਾ ਅੰਤ ਨਾ ਪਾਰਾਵਾਰ। ਸਭ ਕਹਿੰਦੇ ਪੂਰੇ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਨਿਰੰਕਾਰ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਗੁਰੂ ਸ਼ਬਦ ਦੇ ਰਾਹੀਂ ਉਹਨੂੰ ਚੇਤੇ ਕਰਨਾ ਚਾਹੀਦਾ ਹੈ, ਜਿਸ ਦੇ ਗੁਣਾਂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ, ਜਿਸ ਦੇ ਵੱਡੇਪਨ ਦਾ ਕੋਈ ਇਧਰਲਾ ਬੰਨਾ ਜਾਂ ਪਰਲਾ ਬੰਨਾ ਨਹੀਂ ਲੱਭ ਸਕਦਾ। ਗਿਆਨੀਆਂ ਕਾ ਤਨ ਨਾਮ ਹੈ, ਸਹਿਜ ਕਰੇ ਵਾਪਾਰ। ਸਭ ਕਹਿੰਦੇ ਸੁਣ ਲਓ ਧਿਆਨ ਲਾ ਕੇ, ਕੰਨ ਲਾ ਕੇ ਗੱਲਾਂ। ਜੇ ਤੁਸੀਂ ਗੁਰੂ ਦੀਆਂ ਗੱਲਾਂ ਕਰਨ ਦੇ ਪ੍ਰਚਾਰਕ ਬਣੇ ਹੋ ਨਾ, ਜੇ ਤੁਹਾਡੇ ਨਾਮਨੇ ਦੇ ਨਾਲ ਗਿਆਨੀਆਂ ਸ਼ਬਦ ਜੁੜਿਆ ਹੈ, ਫਿਰ ਤੁਹਾਡੀ ਇਹ ਡਿਊਟੀ ਬਣਦੀ ਹੈ। ਜਿਹੜਾ ਗਿਆਨਵਾਨ ਹੋ ਗਿਆ ਨਾ, ਉਹਦਾ ਧਨ ਕੀ ਹੈ? ਉਹਨੂੰ ਦੁਨਿਆਵੀ ਧਨ ਦੇ ਪਿੱਛੇ ਨਹੀਂ ਆਪਣੀ ਜ਼ਮੀਰ ਗਵਾਉਣੀ ਚਾਹੀਦੀ। ਉਹਦੇ ਵਾਸਤੇ ਤੇ ਸੱਚਾ ਧਨ ਪ੍ਰਮਾਤਮਾ ਦਾ ਨਾਮ ਹੈ, ਉਹਦਾ ਹੁਕਮ ਹੈ ਸਹਿਜ ਕਰੇ ਵਪਾਰ। ਤੇ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ, ਮਨ ਦੀ ਸ਼ਾਂਤੀ ਵਿੱਚ ਲੀਨ ਹੋ ਕੇ ਇਸ ਧਨ ਦਾ ਵਪਾਰ ਕਰੇ, ਸੱਚ ਦਾ ਵਪਾਰ ਕਰੇ, ਲੋਕਾਂ ਨੂੰ ਸੱਚ ਨਾਲ ਜੋੜੇ, ਆਪ ਜੁੜੇ, ਹੋਰਨਾਂ ਨੂੰ ਜੋੜੇ। ਅੰਦਿਨ ਲਾਹਾ ਹਰ ਨਾਮ ਲੈਣ, ਅਖੁੱਟ ਭਰੇ ਭੰਡਾਰ। ਸਭ ਕਹਿੰਦੇ ਫਿਰ ਐਸੇ ਭਗਤ, ਅੰਦਿਨ ਦਾ ਅਰਥ ਹੈ ਦਿਨ ਰਾਤ, ਲਾਹਾ ਦਾ ਅਰਥ ਹੈ ਪ੍ਰੋਫਿਟ। ਕਹਿੰਦੇ ਜਿਹੜੇ ਗੁਰੂ ਦੇ ਮਾਤੇ ਚੱਲਣ ਵਾਲੇ ਗੁਰਸਿੱਖ ਨੇ ਨਾ, ਉਹ ਫਿਰ ਦਿਨ ਰਾਤ ਪ੍ਰਮਾਤਮਾ ਦੇ ਹੁਕਮ ਨਾਮ ਦਾ ਲਾਹਾ ਲੈਂਦੇ ਹਨ। ਸਦਾ ਦਿਨ ਰਾਤ ਉਹਦੀਆਂ ਸਿਫਤ ਸਲਾਹਾਂ ਕਰਦੇ ਹਨ, ਉਹਦੇ ਗੁਣਾਂ ਨੂੰ ਚੇਤੇ ਕਰਦੇ ਹਨ ਤੇ ਆਪਣੇ ਜੀਵਨ ਨੂੰ ਉਹਦੇ ਵਰਗਾ ਬਣਾਉਂਦੇ ਹਨ। ਅਖੁੱਟ ਭਰੇ ਭੰਡਾਰ, ਐਸੇ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਕੇ ਉਹਨਾਂ ਦੇ ਹੱਥ ਦੇ ਵਿੱਚ ਕਦੀ ਨਾ ਮੁੱਕਣ ਵਾਲਾ ਸੱਚ ਦਾ ਖਜ਼ਾਨਾ ਪ੍ਰਮਾਤਮਾ ਦਾ ਆ ਜਾਂਦਾ ਹੈ। ਆਖਰੀਆਂ ਪੰਕਤੀਆਂ ਨੇ ਪਾਵਨ ਸ਼ਬਦ ਦੀਆਂ,
ਨਾਨਕ ਟੋਟ ਨ ਆਵਈ ਦੀਏ ਦੇਵਨਹਾਰ। ਹੇ ਨਾਨਕ, ਇਸ ਖਜ਼ਾਨੇ ਦੇ ਵਿੱਚ ਜੋ ਪਰਮਾਤਮਾ ਵਾਹਿਗੁਰੂ ਨੇ ਦਿੱਤਾ ਵਾ ਨਾ, ਇਹਦੇ ਵਿੱਚ ਕਦੀ ਵੀ ਟੋਟ ਨਹੀਂ ਆਉਣੀ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਏ। ਇਹਦੇ ਵਿੱਚ ਕਦੀ ਵੀ ਟੋਟ ਨਹੀਂ ਆਉਣੀ। ਇਹ ਬਰਕਤ ਨਾਲ ਭਰੇ ਰਹਿਣੇ ਨੇ ਜਿਹਦੇ ਕੋਲੇ ਸੱਚ ਦਾ ਖਜ਼ਾਨਾ ਆ ਗਿਆ, ਜਿਹਦੇ ਕੋਲ ਪ੍ਰਮਾਤਮਾ ਦੇ ਗੁਣਾਂ ਦਾ ਖਜ਼ਾਨਾ ਆ ਗਿਆ। ਹੁਣ ਅਸੀਂ ਜੀਵਨ ਵਿੱਚ ਝਾਤੀ ਮਾਰ ਕੇ ਦੇਖੀਏ, ਦੁਨਿਆਵੀ ਧਨ ਤੇ ਰੋਜ਼ ਮੁੱਕਦਾ ਹੈ, ਤੇ ਜਿਵੇਂ ਜਿਵੇਂ ਮੁੱਕਦਾ ਹੈ ਮਨੁੱਖ ਦੇ ਅੰਦਰ ਬੁਖਲਾਹਟ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਜਿਵੇਂ ਮੁੱਕਦਾ ਹੈ ਪਰੇਸ਼ਾਨੀਆਂ ਚਿੰਤਾਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਜੇ ਕੋਲ ਪ੍ਰਮਾਤਮਾ ਹੈ ਨਾ, ਸਬਰ ਆ ਨਾ, ਸੰਤੋਖ ਆ ਨਾ, ਫਿਰ ਜੀਵਨ ਦੇ ਵਿੱਚ ਧਨ ਮਾਇਨੇ ਨਹੀਂ ਰੱਖਦਾ, ਫਿਰ ਗੁਰੂ ਦੇ ਗੁਣ ਮਾਇਨੇ ਰੱਖਦੇ ਨੇ, ਫਿਰ ਸਿੱਖ ਦੀ ਸੋਚ ਮਾਇਨੇ ਰੱਖਦੀ ਹੈ। ਜਿਨ੍ਹਾਂ ਗੁਰੂ ਕਿਆਂ ਸਿੱਖਾਂ ਦੀਆਂ ਗਾਥਾਵਾਂ ਅਸੀਂ ਰੋਜ਼ ਪੜ੍ਹਦੇ ਹਾਂ ਨਾ, ਰੋਜ਼ ਸੁਣਦੇ ਹਾਂ ਨਾ, ਉਹਨਾਂ ਦਾ ਆਹ ਜਿਹੜਾ ਮਹੀਨਾ ਹੈ ਜਿਹਦੇ ਵਿੱਚ ਲਖਤੇ ਜ਼ਿਕਰ ਮੇਰੇ ਪਾਤਸ਼ਾਹ ਜੀ ਦੇ 4 ਸਾਹਿਬਜ਼ਾਦੇ ਸਾਡੇ ਤੋਂ ਵਾਰ ਨੇ, ਬਲਿਹਾਰ ਨੇ ਸਦਕੇ ਕਰ ਦਿੱਤੇ, ਉਹਨਾਂ ਵਾਸਤੇ ਅਸੀਂ ਵਾਸਤਾ ਜੇ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦੀ, ਸੱਚ ਨਾਲ ਜੋੜਨ ਦੀ, ਸਮਝਣ ਦੀ, ਤਾਂ ਕਿ ਜੀਵਨ ਵਿੱਚ ਗੁਰਮਤਿ ਗੁਰਬਾਣੀ ਘਰ ਘਰ ਜਾਵੇ। ਰੋਜ਼ਾਨਾ ਹੀ ਫੇਸਬੁੱਕ ਲਾਈਵ ਦੇ ਮਾਧਿਅਮ ਦੇ ਰਾਹੀਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਲੈ ਕੇ ਹਾਜ਼ਰ ਹੋ ਰਹੇ ਹਾਂ। ਫੇਸਬੁੱਕ ਲਾਈਵ ਆਡੀਓ ਦੇ ਰਾਹੀਂ ਜਿੱਥੇ ਸੇਵਾ ਕੀਤੀ ਜਾ ਰਹੀ ਹੈ, ਉੱਥੇ ਵਟਸਐਪ ਗਰੁੱਪ ਵੀ ਜਿਹੜੇ ਚੱਲ ਰਹੇ ਨੇ, ਉਹਨਾਂ ਵਿੱਚ ਵੀ ਇਹ ਨਿਤਨੇਮ ਦੇ ਰੂਪ ਦੇ ਵਿੱਚ ਰੋਜ਼ਾਨਾ ਇੱਕ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ। ਸ਼ਬਦ ਹੁਣ 8 ਪਦਾਂ ਦੇ ਨੇ, ਇਸ ਕਰਕੇ 2 ਹਿੱਸਿਆਂ ਵਿੱਚ ਵੰਡ ਕੇ, ਕੱਲ ਜਿਵੇਂ 5 ਬੰਦ ਵਿਚਾਰੇ ਸੀ, ਅੱਜ ਦੇ ਬਾਕੀ ਜਿਹੜੇ ਵਿਚਾਰੇ ਨੇ, ਤਾਂ ਕਿ ਸ਼ਬਦ ਪੂਰਨ ਤਰੀਕੇ ਨਾਲ ਸਮਝ ਆਵੇ। ਸੋ ਇਸੇ ਕਰਕੇ ਇਹ ਯਤਨ ਕੀਤਾ ਜਾ ਰਿਹਾ ਹੈ। ਸੋ ਆਸ ਕਰਦਾ ਹਾਂ ਆਪ ਜੀ ਜ਼ਰੂਰ ਲਾਹਾ ਲਓਗੇ। ਪਲੀਜ਼ ਹੱਥ ਜੋੜ ਕੇ ਬੇਨਤੀ ਹੈ, ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਮਿੱਤਰਾਂ, ਦੋਸਤਾਂ, ਭੈਣਾਂ, ਭਰਾਵਾਂ ਦੇ ਵਿੱਚ। ਅਸੀਂ ਸਿਰਫ ਤੇ ਸਿਰਫ ਗੁਰਬਾਣੀ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਗੁਰਬਾਣੀ ਦੀ ਵਿਚਾਰ ਲੈ ਕੇ ਆਪ ਦੇ ਸਨਮੁਖ ਹਾਜ਼ਰ ਹੋ ਰਹੇ ਹਾਂ। ਇਹਦੇ ਵਿੱਚ ਹੋਰ ਕੋਈ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ। ਵਿਸ਼ਾ ਸਿਰਫ ਗੁਰਬਾਣੀ ਆਪ ਤੱਕ ਪਹੁੰਚਾਉਣਾ ਹੈ, ਤਾਂ ਕਿ ਆਪਾਂ ਇੱਕ ਸਹਿਜ ਪਾਠ ਦੇ ਰੂਪ ਦੇ ਵਿੱਚ ਰੋਜ਼ ਇੱਕ ਸ਼ਬਦ ਦੀ ਵਿਚਾਰ ਕਰਦੇ ਜਾਈਏ ਤੇ ਸਾਨੂੰ ਗੁਰੂ ਦੀ ਮੱਤ ਦੀ ਸੋਝੀ ਤੇ ਸਮਝ ਆਉਂਦੀ ਜਾਵੇ। ਸੋ ਆਸ ਕਰਦਾ ਹਾਂ ਜ਼ਰੂਰ ਤੁਸੀਂ ਪਿਆਰ ਬਖਸ਼ੋਗੇ। ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਗੁਰੂ ਕੀਆਂ ਪਿਆਰੀਆਂ ਸੰਗਤਾਂ ਦਾ, ਜੋ ਪਿਆਰ ਨਾਲ ਸਰਵਣ ਵੀ ਕਰਦੀਆਂ ਨੇ ਤੇ ਸਤਿਗੁਰ ਦੇ ਨਾਲ ਜੁੜਦੀਆਂ ਵੀ ਨੇ। ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ